ਪੀਰੀਅਡਸ ਮਿਸ ਹੋਣਾ ਹਰ ਵਾਰ ਪ੍ਰੈਗਨੈਂਸੀ ਦਾ ਸਾਈਨ ਨਹੀਂ ਹੁੰਦਾ। ਪੋਲੀਸਿਸਟਿਕ ਓਵਰੀਜ਼ ਦੀ ਪ੍ਰੋਬਲਮ ਹੋ ਗਈ ਜਾਂ ਕੋਈ ਹਾਰਮੋਨਲ ਪ੍ਰੋਬਲਮ ਹੋ ਗਈ, ਥਾਇਰਾਇਡ ਦੀ ਪ੍ਰੋਬਲਮ ਹੋ ਗਈ, ਇਹਦੇ ਕਰਕੇ ਹੋਰ ਬਹੁਤ ਸਾਰੀ ਪ੍ਰੋਬਲਮਸ ਹੁੰਦੀਆਂ ਜਿਹਦੇ ਕਰਕੇ ਪੀਰੀਅਡਸ ਮਿਸ ਹੋ ਜਾਂਦੇ ਆ। ਕਈ ਵਾਰ ਆਪਣੀ ਯੁਵਾ ਪੀੜ੍ਹੀ ਨੂੰ ਇਹ ਹੀ ਨਹੀਂ ਪਤਾ ਹੁੰਦਾ ਕਿ ਕਿਸ ਟਾਈਮ ਤੇ ਪ੍ਰੋਪਰ ਰਿਲੇਸ਼ਨਸ ਰੱਖਣੇ ਚਾਹੀਦੇ ਹੈ। ਔਰ ਜੇਕਰ ਅਸੀਂ ਬਹੁਤ ਜ਼ਿਆਦਾ ਗੈਪ ਪਾਉਂਦੇ ਆ, ਜਿੱਦਾਂ ਅੱਜ ਕੱਲ੍ਹ ਲੋਕ ਕਹਿੰਦੇ ਕਿ 3 ਸਾਲ ਬੱਚੇ ਨਹੀਂ ਕਰਨੇ, 5 ਸਾਲ ਬੱਚੇ ਨਹੀਂ ਕਰਨੇ, ਉਹ ਵੀ ਇੱਕ ਕਾਰਨ ਬਣ ਜਾਂਦਾ ਹੈ ਪ੍ਰੈਗਨੈਂਟ ਨਾ ਹੋਣ ਦਾ ਜਦੋਂ ਅਸੀਂ ਚਾਹੁੰਦੇ ਆ। ਪ੍ਰੈਗਨੈਂਸੀ ਦੀ ਦੇਖੋ ਏਜ ਲਿਮਿਟ ਕੋਈ ਨਹੀਂ ਹੈ, ਆਫ ਕੋਰਸ ਅਪਰ ਲਿਮਿਟ ਹੈ, ਲਾਈਕ ਆਲਮੋਸਟ 35 ਤੋਂ ਅਬਵ ਪ੍ਰੈਗਨੈਂਸੀ ਵਿੱਚ ਬਹੁਤ ਸਾਰੀ ਕੰਪਲਿਕੇਸ਼ਨਸ ਆਉਂਦੀਆਂ ਹੈ। ਇਸ ਲਈ ਪੁਰਾਣੇ ਜ਼ਮਾਨੇ 'ਚ ਵੱਡੇ ਕਹਿੰਦੇ ਸੀ ਵੀ ਵਿਆਹ ਤੋਂ ਬਾਅਦ ਹੀ ਜਲਦੀ ਜਲਦੀ ਬੱਚਾ ਕਰ ਲਓ। ਹੁਣ ਸਿਨੈਰੀਓ ਚੇਂਜ ਹੋ ਗਿਆ, ਟਾਈਮ ਚੇਂਜ ਹੋ ਗਿਆ, ਆਪਾਂ ਉਹ ਤਾਂ ਕਹਿ ਨਹੀਂ ਸਕਦੇ, ਬਟ ਆਫ ਕੋਰਸ ਜੇ ਤੁਸੀਂ ਆਪਣੀ ਮੈਰਿਡ ਲਾਈਫ ਸ਼ੁਰੂ ਕਰ ਰਹੇ ਹੋ ਔਰ 30 to 35 ਇਜ਼ ਦੀ ਆਈਡੀਅਲ ਟਾਈਮ ਜਿਹਦੇ ਵਿੱਚ ਤੁਹਾਨੂੰ ਪ੍ਰੈਗਨੈਂਸੀ ਕਰ ਲੈਣੀ ਚਾਹੀਦੀ ਹੈ। ਸਤਿ ਸ਼੍ਰੀ ਅਕਾਲ, ਟੀਵੀ ਪੰਜਾਬ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਅਮਨਦੀਪ ਸਵਾਗਤ ਕਰਦੀ ਹਾਂ। ਦੋਸਤੋ, ਅਸੀਂ ਔਰਤਾਂ ਦੀ ਜੇਕਰ ਗੱਲ ਕਰੀਏ, ਫੀਮੇਲਸ ਦੀ ਗੱਲ ਕਰੀਏ, ਤਾਂ ਅਸੀਂ ਕਿਤੇ ਨਾ ਕਿਤੇ ਆਪਣਾ ਖਿਆਲ ਰੱਖਣਾ ਭੁੱਲ ਜਾਂਦੇ ਹਾਂ। ਰੋਜ਼ ਦੀ ਜ਼ਿੰਦਗੀ, ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਘਰ ਦੇ ਕੰਮ, ਬਾਹਰ ਦੇ ਕੰਮ ਔਰ ਇਹਨਾਂ ਕੰਮਕਾਜ ਦੇ ਵਿੱਚ ਜਾਂ ਫਿਰ ਦੂਸਰਿਆਂ ਦਾ ਖਿਆਲ ਰੱਖਣ ਦੇ ਕੰਮਕਾਜ ਦੇ ਵਿੱਚ ਅਸੀਂ ਆਪਣਾ ਕਿਤੇ ਨਾ ਕਿਤੇ ਬੇਫਿਕਰੀ ਦੇ ਨਾਲ ਜਿਉਂਦੇ ਹਾਂ, ਜਦਕਿ ਸਾਡੀਆਂ ਪ੍ਰੋਬਲਮਸ ਜਦੋਂ ਵੱਧ ਜਾਂਦੀਆਂ ਨੇ ਫਿਰ ਸਾਡਾ ਧਿਆਨ ਆਪਣੀ ਸਿਹਤ ਵੱਲ ਜਾਂਦਾ ਹੈ। ਸੋ ਸਾਡੇ ਔਰਤਾਂ ਦੀਆਂ ਸਿਹਤਾਂ ਸੰਬੰਧੀ ਪ੍ਰੋਬਲਮਸ, ਦਿੱਕਤਾਂ ਜੋ ਆਉਂਦੀਆਂ ਨੇ, ਉਹਨਾਂ ਸਾਰੀ ਸਵਾਲਾਂ ਦਾ ਜਵਾਬ ਲੈਣ ਅੱਜ ਅਸੀਂ ਪਹੁੰਚੇ ਹਾਂ ਡਾਕਟਰ ਸ਼ਵੇਤਾ ਅਗਰਵਾਲ ਹੋਣਾ ਕੋ, ਜੋ ਕਿ ਗਾਇਨੋਕੋਲੋਜਿਸਟ ਨੇ। ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਜੀ। ਅੱਛਾ, ਜੇਕਰ ਮੈਂ ਤੁਹਾਡੇ ਨਾਲ ਗੱਲ ਕਰਾਂ, ਵਿਮਨ ਪ੍ਰੋਬਲਮਸ ਦੀ ਅਸੀਂ ਗੱਲ ਕੀਤੀ ਹੈ, ਤਾਂ ਸਭ ਤੋਂ ਪਹਿਲਾਂ ਤਾਂ ਜੇਕਰ ਗੱਲ ਕਰੀਏ ਤਾਂ ਵਿਮਨਸ ਦੇ ਅੰਦਰ ਇੱਕ ਪੀਰੀਅਡਸ ਨੂੰ ਲੈ ਕੇ ਜਿਹੜੀ ਝਿਜਕ ਹੈ, ਕਿਤੇ ਨਾ ਕਿਤੇ ਖੁੱਲ੍ਹ ਕੇ ਨਹੀਂ ਬੋਲ ਪਾਉਂਦੀਆਂ, ਡਾਕਟਰਸ ਨੂੰ ਖੁੱਲ੍ਹ ਕੇ ਨਹੀਂ ਦੱਸ ਪਾਉਂਦੀਆਂ। ਸੋ ਪੀਰੀਅਡਸ ਮਿਸ ਹੋਣਾ ਜਾਂ ਸਮੇਂ ਸਿਰ ਨਾ ਆਉਣਾ ਬਹੁਤ ਵੱਡੀ ਦਿੱਕਤ ਹੈ। ਸੋ ਇਹ ਕਿਉਂ ਹੋ ਜਾਂਦਾ ਔਰ ਕੀ ਕਾਰਨ ਨੇ ਇਸਦੇ? ਸਭ ਤੋਂ ਪਹਿਲਾਂ ਤਾਂ ਪੀਰੀਅਡਸ ਮਿਸ ਹੋਣਾ ਹਰ ਵਾਰ ਪ੍ਰੈਗਨੈਂਸੀ ਦਾ ਸਾਈਨ ਨਹੀਂ ਹੁੰਦਾ। ਇਹ ਜਾਣਨਾ ਬਹੁਤ ਜ਼ਰੂਰੀ ਹੈ, ਕਿਉਂਕਿ ਪੀਰੀਅਡਸ ਮਿਸ ਹੋਣ ਦੇ ਪ੍ਰੈਗਨੈਂਸੀ ਤੋਂ ਇਲਾਵਾ ਵੀ ਬਹੁਤ ਸਾਰੇ ਕਾਰਨ ਹੁੰਦੇ ਹੈ, ਜਿੱਦਾਂ ਕਿ ਪੋਲੀਸਿਸਟਿਕ ਓਵਰੀਜ਼ ਦੀ ਪ੍ਰੋਬਲਮ ਹੋ ਗਈ ਜਾਂ ਕੋਈ ਹਾਰਮੋਨਲ ਪ੍ਰੋਬਲਮ ਹੋ ਗਈ, ਥਾਇਰਾਇਡ ਦੀ ਪ੍ਰੋਬਲਮ ਹੋ ਗਈ, ਇਹਦੇ ਕਰਕੇ ਹੋਰ ਬਹੁਤ ਸਾਰੀ ਪ੍ਰੋਬਲਮਸ ਹੁੰਦੀਆਂ ਜਿਹਦੇ ਕਰਕੇ ਪੀਰੀਅਡਸ ਮਿਸ ਹੋ ਜਾਂਦੇ ਹੈ। ਜੇ ਪੀਰੀਅਡਸ ਇਰਰੈਗੂਲਰ ਹੋ ਰਿਹਾ, ਜਿੱਦਾਂ ਟਾਈਮ ਸਿਰ ਨਹੀਂ ਆ ਰਹੇ, ਨਾਰਮਲ ਪੀਰੀਅਡਸ ਦਾ ਸਾਈਕਲ ਜਿਹੜਾ ਹੈ ਉਹ ਤਕਰੀਬਨ 21 ਦਿਨ ਤੋਂ 35 ਦਿਨ ਦਾ ਨਾਰਮਲ ਮੰਨਿਆ ਜਾਂਦਾ ਹੈ। ਜੇ ਇਸ ਤੋਂ ਪਹਿਲਾਂ ਪੀਰੀਅਡਸ ਆ ਜਾਣ ਜਾਂ ਇਸ ਤੋਂ ਲੇਟ ਪੀਰੀਅਡਸ ਆਣ ਤਾਂ ਇਸ ਦਾ ਮਤਲਬ ਤੁਹਾਨੂੰ ਜਾਂਚ ਕਰਵਾਉਣੀ ਚਾਹੀਦੀ ਹੈ। ਜੀ। ਅੱਛਾ ਡਾਕਟਰ ਸਾਹਿਬ, ਜੇਕਰ ਗੱਲ ਕਰਾਂ ਤਾਂ ਜਿਵੇਂ ਕਿਹਾ ਤੁਸੀਂ ਕਿ ਪੀਰੀਅਡਸ ਮਿਸ ਹੋਣਾ ਹਰ ਵਾਰ ਪ੍ਰੈਗਨੈਂਸੀ ਦਾ ਸਾਈਨ ਨਹੀਂ ਹੁੰਦਾ। ਸੋ ਜੇਕਰ ਗੱਲ ਕਰੀਏ, ਕਈਆਂ ਨੂੰ ਇਹ ਪੀਰੀਅਡਸ ਮਿਸ ਹੋਣਾ, ਸਮੇਂ ਸਿਰ ਨਹੀਂ ਆਉਣਾ, ਕਨਸੀਵ ਕਰਨ ਦੇ ਵਿੱਚ ਵੀ ਦਿੱਕਤ ਕਰਦਾ। ਸੋ ਇਹਨਾਂ ਤੋਂ ਇਲਾਵਾ ਕਨਸੀਵ ਨਾ ਹੋਣ ਦੀਆਂ ਕਿਹੜੇ ਕਾਰਨ ਨੇ, ਉਹ ਵੀ ਤੁਸੀਂ ਜ਼ਰੂਰ ਦੱਸੋ। ਸਭ ਤੋਂ ਪਹਿਲਾਂ ਤਾਂ ਕਨਸੀਵ ਹੋਣ ਦਾ ਪ੍ਰੋਬਲਮ ਕਾਰਨ ਇਹ ਹੁੰਦਾ ਹੈ ਕਿ ਕਈ ਵਾਰ ਆਪਣੀ ਯੁਵਾ ਪੀੜ੍ਹੀ ਨੂੰ ਇਹ ਹੀ ਨਹੀਂ ਪਤਾ ਹੁੰਦਾ ਕਿ ਕਿਸ ਟਾਈਮ ਤੇ ਪ੍ਰੋਪਰ ਰਿਲੇਸ਼ਨਸ ਰੱਖਣੇ ਚਾਹੀਦੇ ਹੈ। ਅਸੀਂ ਸਾਰੇ ਚੀਜ਼ਾਂ ਵੱਲੋਂ ਐਡਵਾਂਸ ਹੋ ਗਏ ਹਾਂ, ਪਰ ਸਾਨੂੰ ਇਹ ਨਹੀਂ ਪਤਾ ਕਿ ਸਾਨੂੰ 10th ਡੇ ਤੋਂ ਲੈ ਕੇ 18ਵੇਂ ਦਿਨ ਤੱਕ, 10ਵੇਂ ਦਿਨ ਤੋਂ 18ਵੇਂ ਦਿਨ ਤੱਕ ਆਪਸ 'ਚ ਰਿਲੇਸ਼ਨਸ ਰੱਖਣੇ ਚਾਹੀਦੇ ਹੈ, ਜਿਹਦੇ ਵਿੱਚ ਐਗ ਜਿਹੜਾ ਹੈ ਉਹ ਫਰਟੀਲਾਈਜ਼ ਹੁੰਦਾ ਹੈ। ਤੇ ਉਸ ਟਾਈਮ ਤੋਂ ਇਲਾਵਾ ਜੇ ਤੁਸੀਂ ਰਿਲੇਸ਼ਨਸ ਰੱਖੋਗੇ ਤਾਂ ਰਿਲੇਸ਼ਨਸ ਰੱਖਣ ਤੋਂ ਬਾਵਜੂਦ ਵੀ ਪ੍ਰੈਗਨੈਂਸੀ ਨਹੀਂ ਹੋਏਗੀ। ਇੱਕ ਤਾਂ ਇਹ ਕਾਰਨ ਹੈ ਕਿ ਟਾਈਮਿੰਗਸ ਤਾਂ ਨਹੀਂ ਪਤਾ ਹੁੰਦਾ ਯੁਵਾ ਪੀੜ੍ਹੀ ਨੂੰ। ਸੈਕਿੰਡ ਚੀਜ਼ ਹੈ ਕਿ ਆਪਾਂ ਜਿਹੜੀ ਨਾਰਮਲ ਇਨਫੈਕਸ਼ਨਸ ਹੈ ਉਹਨਾਂ ਨੂੰ ਇਗਨੋਰ ਕਰਦੇ ਹਾਂ। ਜਿਹੜੇ ਸਾਨੂੰ ਕੋਈ ਫੈਮਿਲੀ ਹਿਸਟਰੀ ਥਾਇਰੋਇਡ ਦੀ ਹੈ, ਡਾਇਬਟੀਜ਼ ਯਾਨੀ ਸ਼ੂਗਰ ਦੀ ਕੋਈ ਫੈਮਿਲੀ ਹਿਸਟਰੀ ਹੈ, ਤੇ ਸਾਨੂੰ ਉਹਦਾ ਚੈੱਕਅਪ ਤੇ ਪ੍ਰੋਪਰ ਉਹਨੂੰ ਕੰਟਰੋਲ ਰੱਖਣਾ ਚਾਹੀਦਾ ਹੈ, ਕਿਉਂਕਿ ਉਹ ਵੀ ਇੱਕ ਕਾਰਨ ਬਣ ਸਕਦਾ ਹੈ ਕਨਸੀਵ ਨਾ ਹੋਣ ਦਾ। ਔਰ ਜੇਕਰ ਅਸੀਂ ਬਹੁਤ ਜ਼ਿਆਦਾ ਗੈਪ ਪਾਉਂਦੇ ਹਾਂ, ਜਿੱਦਾਂ ਅੱਜ ਕੱਲ੍ਹ ਲੋਕ ਕਹਿੰਦੇ ਕਿ 3 ਸਾਲ ਬੱਚੇ ਨਹੀਂ ਕਰਨੇ, 5 ਸਾਲ ਬੱਚੇ ਨਹੀਂ ਕਰਨੇ, ਉਹ ਵੀ ਇੱਕ ਕਾਰਨ ਬਣ ਜਾਂਦਾ ਹੈ ਪ੍ਰੈਗਨੈਂਟ ਨਾ ਹੋਣ ਦਾ ਜਦੋਂ ਅਸੀਂ ਚਾਹੁੰਦੇ ਹਾਂ। ਕਈ ਵਾਰ ਅਸੀਂ ਕੀ ਕਰਦੇ ਹਾਂ, ਸਟਾਰਟਿੰਗ ਵਿੱਚ ਪ੍ਰੈਗਨੈਂਸੀ ਹੋ ਜਾਂਦੀ ਹੈ ਤੇ ਅਸੀਂ ਕਾਊਂਟਰ ਤੇ ਅਵੇਲੇਬਲ ਕਿਟਸ ਖਾ ਲੈਂਦੇ ਹਾਂ, ਜਿਹਦਾ ਬਹੁਤ ਜ਼ਿਆਦਾ ਸਾਈਡ ਇਫੈਕਟ ਹੁੰਦਾ ਹੈ, ਬਿਕੋਜ਼ ਉਹ ਬਹੁਤ ਸਟਰੋਂਗ ਹਾਰਮੋਨਸ ਹੁੰਦੇ ਆ, ਉਹਨਾਂ ਨੂੰ ਅਸੀਂ ਇੱਦਾਂ ਨਹੀਂ ਲੈ ਸਕਦੇ ਬਿਨਾਂ ਡਾਕਟਰ ਦੇ ਪਰਾਮਰਸ਼ ਤੋਂ। ਉਹਦੇ ਕਰਕੇ ਵੀ ਜਿਹੜੀ ਹੈ ਇਨਫਰਟੀਲਿਟੀ ਦੀ ਪ੍ਰੋਬਲਮ ਬਹੁਤ ਕਾਮਨ ਹੋ ਗਈ ਹੈ। ਅੱਛਾ ਡਾਕਟਰ ਜੀ, ਮੈਂ ਗੱਲ ਕਰਾਂ ਤਾਂ ਹਰ ਘਰ ਦੇ ਵਿੱਚ ਜਾਂ ਫਿਰ ਕਹਿ ਲਓ ਵੀ ਹੈ ਨਾ, ਰੋਜ਼ ਕਿਤੇ ਨਾ ਕਿਤੇ ਸੁਣਨ ਨੂੰ ਮਿਲ ਜਾਂਦਾ ਹੈ ਕਿ ਯੂਟਰਸ ਦੇ ਵਿੱਚ ਰਸੌਲੀ ਆ। ਸੋ ਇਹ ਕਿਵੇਂ ਹੋ ਜਾਂਦੀ ਹੈ, ਇਹਦੇ ਕੀ ਕਾਰਨ ਨੇ? ਯੂਟਰਸ ਵਿੱਚ ਰਸੌਲੀ ਨੂੰ ਅਸੀਂ ਫਾਈਬਰੋਇਡ ਕਹਿੰਦੇ ਹਾਂ। ਦੇਖੋ, ਦੋ ਚੀਜ਼ਾਂ ਹੁੰਦੀਆਂ, ਇੱਕ ਯੂਟਰਸ ਵਿੱਚ ਰਸੌਲੀ ਤੇ ਇੱਕ ਓਵਰੀਜ਼ ਵਿੱਚ ਰਸੌਲੀ। ਦੋਨੋਂ ਚੀਜ਼ਾਂ ਨੂੰ ਅਕਸਰ ਪੇਸ਼ੈਂਟ ਕਨਫਿਊਜ਼ ਕਰਦਾ ਹੈ। ਯੂਟਰਸ ਵਿੱਚ ਰਸੌਲੀ ਜਿਹੜੀ ਹੈਗੀ ਹੈ ਜਾਂ ਉਹਦੇ ਕੋਈ ਕਾਰਨ ਜ਼ਿਆਦਾ ਨਹੀਂ ਪਤਾ, ਅੱਜ ਤੱਕ ਸਾਇੰਟਿਸਟ ਪਤਾ ਨਹੀਂ ਲਗਾ ਪਾਏ। ਕਈ ਵਾਰ ਉਹ ਹੈਰੀਡਿਟਰੀ ਯਾਨੀ ਤੁਹਾਡੇ ਅੱਗੇ ਮਦਰ ਨੂੰ, ਗ੍ਰੈਂਡ ਮਦਰ ਨੂੰ ਹੋਈ ਹੈ ਤੇ ਤੁਹਾਨੂੰ ਵੀ ਹੋਣ ਦੇ ਚਾਂਸਸ ਹੈਗੇ ਹੈ। ਔਰ ਕਈ ਵਾਰ ਇਹ ਛੋਟੀ ਮਟਰ ਦੇ ਦਾਣੇ ਤੋਂ ਲੈ ਕੇ ਲਾਰਜ ਫਾਈਬਰੋਇਡਸ ਵੀ ਹੁੰਦੇ ਹੈ। ਕਈ ਵਾਰ ਇਹਨਾਂ ਦੇ ਕੋਈ ਵੀ ਲੱਛਣ ਨਹੀਂ
ਨਹੀਂ ਆਉਂਦੇ ਔਰ ਲਾਸਟ ਤੱਕ ਵੀ ਤੁਹਾਨੂੰ ਪਤਾ ਨਹੀਂ ਲੱਗਦਾ। ਔਰ ਕਈ ਵਾਰ ਇਹ ਸਟਾਰਟਿੰਗ ਤੋਂ ਹੀ ਛੋਟੀ ਹੁੰਦੀ ਵੀ ਕਾਫੀ ਜ਼ਿਆਦਾ ਪ੍ਰੋਬਲਮਸ ਕ੍ਰੀਏਟ ਕਰਦੀ ਹੈ, ਜਿੱਦਾਂ ਕਿ ਹੈਵੀ ਪੀਰੀਅਡਸ ਆਉਣਾ, ਪੀਰੀਅਡਸ ਦੇ ਵਿੱਚ ਕ੍ਰੈਂਪਿੰਗ ਹੋਣਾ ਔਰ ਬਹੁਤ ਐਕਸਟ੍ਰੀਮ ਪੇਨ ਹੋਣਾ, ਜਾਂ ਫਿਰ ਜਿਹੜੇ ਪੀਰੀਅਡਸ ਅੱਗੇ ਪਿੱਛੇ ਵੀ ਹੋ ਜਾਂਦੇ ਹੈ। ਇਹ ਸਾਰੇ ਰਸੌਲੀ ਦੇ ਲੱਛਣ ਹੈ। ਕਈ ਵਾਰ ਇੰਨੇ ਜ਼ਿਆਦਾ ਪੀਰੀਅਡਸ ਆਉਂਦੇ ਹੈ ਕਿ HBV ਤੁਹਾਡਾ ਜਿਹੜਾ ਹੈਗਾ ਖੂਨ ਗਿਰਨਾ ਸ਼ੁਰੂ ਹੋ ਜਾਂਦਾ ਹੈ। ਜਿੱਦਾਂ 10 ਗ੍ਰਾਮ ਖੂਨ ਸੀਗਾ ਤੇ 2 ਸਾਈਕਲਸ ਤੋਂ ਬਾਅਦ ਤੁਹਾਡਾ 5-6 ਗ੍ਰਾਮ ਖੂਨ ਹੋ ਗਿਆ। ਉਹ ਵੀ ਇੱਕ ਕਾਰਨ ਹੈ ਕਿ ਰਸੌਲੀਆਂ ਦਾ ਤੁਹਾਨੂੰ ਟੈਸਟ ਕਰਾ ਕੇ ਅਲਟਰਾਸਾਊਂਡ ਕਰਾ ਕੇ ਦੇਖਣਾ ਚਾਹੀਦਾ ਹੈ ਕਿ ਸਭ ਕੁਝ ਯੂਟਰਸ ਦੇ ਅੰਦਰ ਠੀਕ ਠਾਕ ਹੈ ਕਿ ਨਹੀਂ ਹੈ। ਜੀ ਜੀ। ਅੱਛਾ, ਇਸੇ ਦੇ ਨਾਲ ਤੁਸੀਂ ਕਿਹਾ ਕਿ ਅੰਡੇਦਾਨੀ ਦੇ ਵਿੱਚ ਵੀ ਰਸੌਲੀਆਂ ਹੁੰਦੀਆਂ ਹਨਾ, ਸੋ ਉਹਨਾਂ ਦਾ ਵੀ ਕਾਰਨ ਹੈ ਪਤਾ ਕੁਝ ਵੀ ਕਾਦੇ ਕਾਰਨ ਉਹ ਹੋ ਜਾਂਦੀਆਂ ਨੇ, ਜਾਂ ਫਿਰ ਇਹਨਾਂ ਦੇ ਸਿੰਪਟਮਸ ਕੀ ਹੁੰਦੇ ਨੇ? ਜਿਹੜੀ ਅੰਡੇਦਾਨੀ ਦੀ ਰਸੌਲੀ ਹੈ ਉਹ ਜ਼ਿਆਦਾਤਰ ਹਾਰਮੋਨਲ ਹੁੰਦੀ ਹੈ ਔਰ ਉਹਦੇ ਵਿੱਚ ਪੇਨ ਹੋਣਾ ਬੜੀ ਨਾਰਮਲ ਜੀ ਚੀਜ਼ ਹੈ। ਪੀਰੀਅਡਸ ਇਰਰੈਗੂਲਰ ਹੋਣਾ ਤੇ ਕਈ ਵਾਰ ਐਂਡੋਮੈਟਰੀਓਸਿਸ, ਜਿਹਨੂੰ ਅਸੀਂ ਚਾਕਲੇਟ ਸਿਸਟ ਕਹਿੰਦੇ ਆ, ਅੱਜ ਕੱਲ੍ਹ ਉਹ ਬਹੁਤ ਕਾਮਨ ਪ੍ਰੋਬਲਮ ਹੋ ਗਈ ਹੈ। ਉਹਦੇ ਵਿੱਚ ਵੀ ਐਕਸਟ੍ਰੀਮ ਪੇਨ ਹੁੰਦੀ ਹੈ ਪੇਸ਼ੈਂਟ ਨੂੰ ਪੀਰੀਅਡਸ ਦੇ ਦੌਰਾਨ, ਔਰ ਪੀਰੀਅਡਸ ਦੇ ਅੱਗੇ ਪਿੱਛੇ ਵੀ ਬਹੁਤ ਪੇਨ ਹੁੰਦੀ ਹੈ। ਔਰ ਕਈ ਵਾਰ ਜਿਹੜੇ ਮੈਂਸਸ ਹੈ ਡਾਰਕ ਬਰਾਊਨ ਕਲਰ ਦੇ ਮੈਂਸਸ ਆਉਂਦੇ ਹੈ, ਤੇ ਉਹਦੇ ਲਈ ਵੀ ਸਕੈਨ ਸਭ ਤੋਂ ਬੈਸਟ ਇਲਾਜ ਹੈਗਾ ਹੈ ਕਿ ਉਹਦੇ ਵਿੱਚ ਅਸੀਂ ਡਾਇਗਨੋਸਿਸ ਬਣਾ ਸਕਦੇ ਹਾਂ ਕਿ ਕੋਈ ਓਵਰੀ ਵਿੱਚ ਜਾਂ ਅੰਡੇਦਾਨੀ ਵਿੱਚ ਸਿਸਟ ਹੈਗੀ ਹੈ। ਔਰ ਜੇ ਹੈਗੀ ਹੈ ਤਾਂ ਇਹ ਜ਼ਰੂਰੀ ਨਹੀਂ ਹੈ ਕਿ ਉਹਦਾ ਇਲਾਜ ਸਿਰਫ ਆਪਰੇਸ਼ਨ ਹੀ ਹੈਗਾ ਹੈ। ਜੇ ਸਿਸ ਟਾਈਮ ਸੇ ਡਾਇਗਨੋਸ ਹੋ ਜਾਏ ਤਾਂ ਅਸੀਂ ਬਹੁਤ ਟਾਈਮਲੀ ਉਹਨੂੰ ਮੈਡੀਸਿਨਸ ਨਾਲ ਵੀ ਠੀਕ ਕਰ ਸਕਦੇ ਹਾਂ। ਜੀ। ਅੱਛਾ, ਜਿਵੇਂ ਤੁਸੀਂ ਦੱਸਿਆ ਕਿ ਇਹਦਾ ਇਲਾਜ ਆਪਰੇਸ਼ਨ ਹੀ ਨਹੀਂ ਹੈਗਾ, ਸੋ ਯੂਟਰਸ ਦੇ ਵਿੱਚ ਰਸੌਲੀ ਦਾ ਇਲਾਜ ਆਪਰੇਸ਼ਨ ਹੈ ਜਾਂ ਉਹਨੂੰ ਵੀ ਦਵਾਈਆਂ ਰਾਹੀਂ ਖਤਮ ਕੀਤਾ ਜਾ ਸਕਦਾ ਹੈ? ਇਹ ਡਿਪੈਂਡ ਕਰਦਾ ਹੈ, ਬਹੁਤ ਸਾਰੀ ਚੀਜ਼ਾਂ ਹੁੰਦੀਆਂ ਜਿਹੜੇ ਫੈਕਟਰਸ ਅਸੀਂ ਦੇਖਦੇ ਹਾਂ ਕਿ ਯੂਟਰਸ ਵਿੱਚ ਜਿਹੜੀ ਰਸੌਲੀ ਹੈ ਉਹਨੂੰ ਕਿਸ ਹਿਸਾਬ ਨਾਲ ਟਰੀਟ ਕੀਤਾ ਜਾਏ। ਇੱਕ ਤਾਂ ਹੁੰਦਾ ਕਿ ਜਿਹੜਾ ਰਸੌਲੀ ਦਾ ਸਾਈਜ਼ ਕਿੰਨਾ ਹੈਗਾ, ਜੇ ਸਾਈਜ਼ ਛੋਟਾ ਹੈਗਾ ਔਰ ਸਿੰਪਟਮਸ ਨਹੀਂ ਆ ਰਹੇ ਫਿਰ ਅਸੀਂ ਉਹਨੂੰ ਮੈਡੀਸਿਨ ਰਾਹੀਂ ਟਰੀਟ ਕਰ ਸਕਦੇ ਹਾਂ। ਕਈ ਵਾਰ ਇੰਟਰਾਯੂਟਰਾਈਨ ਡਿਵਾਈਸ, ਜਿਹੜਾ ਕਿ ਇੱਕ ਮਰੀਨਾ ਡਿਵਾਈਸ ਆਉਂਦਾ ਹੈ, ਉਹਨੂੰ ਅਸੀਂ ਯੂਟਰਸ ਦੇ ਅੰਦਰ ਇੰਪਲਾਂਟ ਕਰ ਦਿੰਦੇ ਹਾਂ, ਜਿਹਦੇ ਨਾਲ ਜਿਹੜੇ ਪੀਰੀਅਡਸ ਹੈ ਉਹ ਘਟ ਜਾਂਦੇ ਔਰ ਫਾਈਬਰੋਇਡ ਸ਼੍ਰਿੰਕ ਹੋ ਜਾਂਦੇ ਹੈ। ਪਰ ਕਈ ਵਾਰ ਜਿਨ੍ਹਾਂ ਪੇਸ਼ੈਂਟਸ ਨੂੰ ਪ੍ਰੈਗਨੈਂਸੀ ਚਾਹੀਦੀ ਹੈ ਔਰ ਫਾਈਬਰੋਇਡ ਇੱਦਾਂ ਦੀ ਲੋਕੇਸ਼ਨ ਤੇ ਹੈ ਜੋ ਪ੍ਰੈਗਨੈਂਸੀ ਹੋਣ ਵਿੱਚ ਜਿੱਦਾਂ ਹਿੰਡਰ ਕਰ ਰਿਹਾ ਹੈ, ਤੇ ਉਸ ਟਾਈਮ ਤੇ ਸਾਨੂੰ ਫਿਰ ਆਪਰੇਟ ਕਰਕੇ ਉਹ ਰਸੌਲੀ ਨੂੰ ਨਿਕਾਲਣਾ ਹੀ ਬੈਟਰ ਹੈ। ਨਹੀਂ ਤਾਂ ਜੇ ਤੁਸੀਂ ਪ੍ਰੈਗਨੈਂਸੀ ਲੈਣਾ ਚਾਹੋਗੇ ਤਾਂ ਪ੍ਰੈਗਨੈਂਸੀ ਨਹੀਂ ਹੋਏਗੀ। ਜੀ। ਅੱਛਾ, ਇਸੇ ਦੇ ਨਾਲ ਜੇਕਰ ਗੱਲ ਕਰਾਂ, ਆਪਾਂ ਪੀਰੀਅਡਸ ਦੀ ਤਾਂ ਗੱਲ ਕਰ ਰਹੇ ਹਾਂ, ਇਸ ਤੋਂ ਇਲਾਵਾ ਇੱਕ ਵਿਜਾਈਨਲ ਡਿਸਚਾਰਜ ਜਿਹੜਾ ਹੈ ਲੜਕੀਆਂ ਪਰੇਸ਼ਾਨ ਹੋ ਜਾਂਦੀਆਂ ਨੇ ਪਰ ਅਣਗੌਲਿਆਂ ਕਰ ਦਿੰਦੀਆਂ ਨੇ, ਕਿਤੇ ਨਾ ਕਿਤੇ ਇਗਨੋਰ ਕਰ ਦਿੰਦੀਆਂ ਨੇ, ਆਮ ਸਮਝ ਦਿੰਦੀਆਂ ਨੇ। ਸੋ ਵਿਜਾਈਨਲ ਡਿਸਚਾਰਜ ਬਾਰੇ ਵੀ ਤੁਸੀਂ ਜ਼ਰੂਰ ਦੱਸੋ। ਵਿਜਾਈਨਲ ਡਿਸਚਾਰਜ ਇੱਦਾਂ ਹੈ, ਬਹੁਤ ਕਾਮਨ ਪ੍ਰੋਬਲਮ ਹੈ। OPD ਵਿੱਚ ਆਲਮੋਸਟ 10 ਵਿੱਚੋਂ 5 ਲੇਡੀਜ਼ ਨੂੰ ਇਹ ਪ੍ਰੋਬਲਮ ਹੁੰਦੀ ਹੈ ਔਰ ਸਾਰੇ ਇਹ ਚੀਜ਼ ਵਿੱਚ ਝਿਜਕ ਮਹਿਸੂਸ ਕਰਦੇ ਆ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਡਾਕਟਰ ਸਮਝਣਗੇ ਕਿ ਅਸੀਂ ਸਫਾਈ ਵਿੱਚ ਲਾਪਰਵਾਹੀ ਰੱਖ ਰਹੇ ਹਾਂ, ਜਦੋਂ ਕਿ ਐਸਾ ਕੁਝ ਵੀ ਨਹੀਂ ਹੁੰਦਾ। ਕਈ ਐਸੀ ਪ੍ਰੋਬਲਮਸ ਹੈਗੀਆਂ ਜਿੱਦਾਂ ਕਿ ਈਸਟ ਇਨਫੈਕਸ਼ਨਸ ਜਾਂ ਫਿਰ ਬੈਕਟੀਰੀਅਲ ਵੈਜੀਨੋਸਿਸ ਟਾਈਪਸ ਦੀ ਪ੍ਰੋਬਲਮਸ ਹੁੰਦੀਆਂ, ਜਿਹਦੇ ਵਿੱਚ ਤੁਸੀਂ ਜਿੰਨੀ ਮਰਜ਼ੀ ਸਫਾਈ ਰੱਖ ਲਓ ਫਿਰ ਵੀ ਵਿਜਾਈਨਲ ਡਿਸਚਾਰਜ ਹੁੰਦਾ ਹੈ। ਵਿਜਾਈਨਲ ਡਿਸਚਾਰਜ ਵਿੱਚ ਤੁਹਾਨੂੰ ਇਗਨੋਰ ਕਦੇ ਵੀ ਨਹੀਂ ਕਰਨਾ ਚਾਹੀਦਾ, ਕਿਉਂਕਿ ਕਈ ਵਾਰ ਜਿਹੜੇ ਵਿਜਾਈਨਲ ਡਿਸਚਾਰਜ ਹੈ ਅੰਦਰੂਨੀ ਪ੍ਰੋਬਲਮਸ ਦਾ ਸਾਈਨ ਔਰ ਸਿੰਪਟਮ ਹੁੰਦੇ ਹੈ, ਜਿੱਦਾਂ ਕਿ ਇੱਕ ਸਰਵਾਈਕਲ ਕੈਂਸਰ ਹੈ। ਨਾਟ ਨੈਸੈਸਰਲੀ ਕਿ ਹਰ ਵਿਜਾਈਨਲ ਡਿਸਚਾਰਜ ਸਰਵਾਈਕਲ ਕੈਂਸਰ ਹੀ ਹੋਏਗਾ, ਬਟ ਅਗਰ ਵਿਜਾਈਨਲ ਡਿਸਚਾਰਜ ਦੇ ਵਿੱਚ ਬਹੁਤ ਜ਼ਿਆਦਾ ਫਾਊਲ ਸਮੈਲ ਆ ਰਹੀ ਹੈ ਫਿਰ ਤੁਹਾਨੂੰ ਪੈਪਸਮੀਅਰ ਵਗੈਰਾ ਕਰਾ ਕੇ ਦੇਖਣਾ ਚਾਹੀਦਾ ਹੈ ਕਿ ਕਿਤੇ ਹੋਰ ਕੋਈ ਸਰਵਿਕਸ ਜਾਂ ਯੂਟਰਸ ਵਿੱਚ ਕੋਈ ਹੋਰ ਪ੍ਰੋਬਲਮ ਤਾਂ ਨਹੀਂ ਪਨਪ ਰਹੀ। ਜੀ। ਅੱਛਾ, ਸਰਵਾਈਕਲ ਕੈਂਸਰ ਦੀ ਤੁਸੀਂ ਗੱਲ ਕੀਤੀ, ਸੋ ਸਭ ਤੋਂ ਪਹਿਲਾਂ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਹੋਏਗਾ ਕਿ ਸਰਵਾਈਕਲ ਕੈਂਸਰ ਹੈ ਕੀ, ਸੋ ਇਸ ਨੂੰ ਡਿਸਕ੍ਰਾਈਬ ਕਰਿਓ ਔਰ ਦੱਸਿਓ ਕਿ ਇਹ ਹੋ ਕਿਵੇਂ ਜਾਂਦਾ ਹੈ। ਸਰਵਾਈਕਲ ਸਰਵਿਕਸ ਜਿਹੜਾ ਹੈਗਾ ਹੈ, ਇਹ ਸਰਵਿਕਸ ਯੂਟਰਸ ਦੇ ਨੀਚੇ ਦੇ ਪੋਰਸ਼ਨ ਨੂੰ ਸਰਵਿਕਸ ਕਹਿੰਦੇ ਆ, ਜਿਹੜਾ ਵਜਾਈਨਾ ਤੋਂ ਅਸੀਂ ਐਕਸੈਸ ਕਰ ਸਕਦੇ ਹਾਂ। ਜਦੋਂ ਅਸੀਂ ਪੇਸ਼ੈਂਟ ਦਾ ਐਗਜ਼ਾਮੀਨੇਸ਼ਨ ਕਰਦੇ ਹਾਂ ਤਾਂ ਜਿਹੜਾ ਪੋਰਸ਼ਨ ਅਸੀਂ ਡਾਕਟਰਸ ਫੀਲ ਕਰਦੇ ਹਾਂ ਉਹ ਸਰਵਿਕਸ ਹੁੰਦਾ ਹੈ, ਬੱਚੇਦਾਨੀ ਦਾ ਮਾਊਥ ਜਿਸ ਨੂੰ ਕਹਿ ਸਕਦੇ ਆ। ਸਰਵਾਈਕਲ ਕੈਂਸਰ ਕਿਉਂਕਿ ਇਹ ਚੀਜ਼ ਬਾਹਰ ਦੀ ਤਰਫ ਪੈਂਦੀ ਹੈ, ਇਸ ਲਈ ਇਹਦੇ ਵਿੱਚ ਇਨਫੈਕਸ਼ਨ, ਜਿੱਦਾਂ ਜਦੋਂ ਲੇਡੀਜ਼ ਰਿਲੇਸ਼ਨਸ ਵਗੈਰਾ ਰੱਖਦੀਆਂ ਉਸ ਤੋਂ ਬਾਅਦ ਇਹ ਚਾਂਸਸ ਵੱਧ ਜਾਂਦੇ ਹੈਗੇ ਹੈ, ਕਿਉਂਕਿ ਇਨਫੈਕਸ਼ਨਸ ਪਾਰਟਨਰ ਟੂ ਪਾਰਟਨਰ ਟਰੈਵਲ ਹੋ ਸਕਦੀਆਂ ਔਰ ਇਹ ਛੋਟੀ ਛੋਟੀ ਇਨਫੈਕਸ਼ਨਸ ਜਿਹੜੀ ਟਾਈਮਲੀ ਇਗਨੋਰ ਨਾ ਇਲਾਜ ਕੀਤਾ ਜਾਵੇ ਤੇ ਇਹ ਜਿੱਦਾਂ ਹਿਊਮਨ ਪੈਪਿਲੋਮਾ ਵਾਇਰਸ HPV ਵਾਇਰਸ ਦੀ ਇਨਫੈਕਸ਼ਨ ਜੇ ਹੋ ਜਾਏ ਤੇ ਉਸ ਤੋਂ ਬਾਅਦ ਸਰਵਾਈਕਲ ਕੈਂਸਰ ਬਣਨ ਦੇ ਕਾਫੀ ਚਾਂਸਸ ਹੁੰਦੇ ਹੈ। ਇਹਦੇ ਲਈ ਇਹਦੇ ਜੇ ਸਿੰਪਟਮਸ ਹੈਗੇ ਆ, ਬਹੁਤ ਜ਼ਿਆਦਾ ਸਿੰਪਟਮਸ ਨਹੀਂ ਹੈਗੇ। ਇਹਦੇ ਵਿੱਚ ਵਿਜਾਈਨਲ ਡਿਸਚਾਰਜ ਹੁੰਦਾ ਹੈ, ਪਾਣੀ ਪੈਂਦਾ ਹੈ, ਕਈ ਵਾਰ ਰਿਲੇਸ਼ਨ ਰੱਖਣ ਵਿੱਚ ਪੇਨ ਹੁੰਦੀ ਹੈ ਜਾਂ ਰਿਲੇਸ਼ਨ ਰੱਖਣ ਤੋਂ ਬਾਅਦ ਦਾਗ ਜਾਂ ਸਪੌਟਿੰਗ ਹੋ ਸਕਦੀ ਹੈ, ਜਿਹੜੇ ਚੀਜ਼ਾਂ ਇਗਨੋਰ ਬਿਲਕੁਲ ਵੀ ਨਹੀਂ ਕੀਤੀਆਂ ਜਾ ਸਕਦੀਆਂ ਔਰ ਤੁਹਾਨੂੰ ਤੁਰੰਤ ਡਾਕਟਰ ਕੋਲ ਜਾ ਕੇ ਪੈਪ ਸਮੀਅਰ ਫਟਾਫਟ ਕਰਵਾਉਣਾ ਚਾਹੀਦਾ ਹੈ। ਉਹ ਪੈਪ ਸਮੀਅਰ ਜਿਹੜਾ ਹੈਗਾ ਸੈਲਸ ਨੂੰ ਚੈੱਕ ਕਰਦਾ ਹੈ ਕਿ ਇਹ ਕਿਤੇ ਸੈਲਸ ਆਪਣਾ ਕੈਂਸਰ ਵਾਲੇ ਸੈਲਸ ਤਾਂ ਨਹੀਂ ਬਣ ਰਹੇ, ਤੇ ਉਹਦੇ ਵਿੱਚ ਪਤਾ ਚੱਲੇਗਾ।
ਸਰਵਾਈਕਲ ਕੈਂਸਰ ਪ੍ਰੀਵੈਂਸ਼ਨ ਲਈ ਜਿਹੜੀ ਸਾਡੀ ਟੀਨੇਜ ਗਰਲਸ ਹੈ, ਜਿਹੜੀ ਸਕੂਲ ਗੋਇੰਗ ਗਰਲਸ ਹੈ 11 to 14 ਇਅਰਸ ਦੀ ਏਜ ਗਰੁੱਪ ਵਿੱਚ ਅਸੀਂ ਰਿਕਮੈਂਡ ਕਰਦੇ ਹਾਂ ਕਿ ਉਹ ਸਾਰੇ ਬੱਚਿਆਂ ਨੂੰ, ਗਰਲਸ ਨੂੰ ਸਰਵਾਈਕਲ ਕੈਂਸਰ ਪ੍ਰੀਵੈਂਸ਼ਨ ਵਾਸਤੇ ਵੈਕਸੀਨ ਲੱਗਣੀ ਚਾਹੀਦੀ ਹੈ। ਉਹਦੀ 3 ਡੋਜ਼ਸ ਹੁੰਦੀਆਂ ਹੈ ਔਰ ਉਹ ਟਾਈਮ ਦੀ ਜੇ ਤੁਸੀਂ ਲਗਵਾ ਲੈਂਦੇ ਹੋ ਤੇ ਲਾਈਫ ਵਿੱਚ ਅੱਗੇ ਸਰਵਾਈਕਲ ਕੈਂਸਰ ਹੋਣ ਦੇ ਚਾਂਸਸ ਬਿਲਕੁਲ ਨਾ ਦੇ ਬਰਾਬਰ ਹੋ ਜਾਂਦੇ ਹੈ। ਅੱਛਾ ਡਾਕਟਰ ਸਾਹਿਬ, ਮੈਂ ਗੱਲ ਕਰਾਂ ਤਾਂ ਇਹ ਆਪਾਂ ਪ੍ਰੈਗਨੈਂਸੀ ਤੇ ਫਿਰ ਤੋਂ ਆ ਜਾਂਦੇ ਹਾਂ। ਪ੍ਰੈਗਨੈਂਸੀ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਮਾਮੂਮਨ ਆਇਰਨ ਦੀ ਕਮੀ ਆ ਜਾਂਦੀ ਹੈ। ਉਸ ਤੋਂ ਇਲਾਵਾ ਕੁੜੀਆਂ ਦੇ ਵਿੱਚ ਵੀ ਆਇਰਨ ਦੀ ਕਮੀ ਜਿਹੜੀ ਹੈ ਉਹ ਆ ਜਾਂਦੀ ਹੈ। ਸੋ ਇਹ ਆਇਰਨ ਦੀ ਕਮੀ, ਕਿਉਂਕਿ ਆਪਾਂ ਕਹਿੰਦੇ ਕਿ ਅਸੀਂ ਤਾਂ ਖਾਣੇ ਪੀਣੇ ਬਹੁਤ ਆ, ਸਾਡਾ ਅਸੀਂ ਫਰੂਟ ਲੈਂਦੇ ਆ ਨੋਰਮਲੀ, ਜੇ ਡਾਕਟਰ ਕੋਲ ਅਸੀਂ ਜਿੱਦਾਂ ਕੰਸਲਟ ਕਰ ਲਈਏ ਤਾਂ ਅਸੀਂ ਕਹਿੰਦੇ ਕਿ ਅਸੀਂ ਬਹੁਤ ਖਾਣੇ ਪੀਣੇ ਆ, ਫਿਰ ਵੀ ਆਇਰਨ ਦੀ ਕਮੀ ਜਿਹੜੀ ਹੈ ਹੋ ਜਾਂਦੀ ਹੈ। ਕਿਉਂ? ਆਇਰਨ ਦੀ ਕਮੀ ਇਸ ਤਰ੍ਹਾਂ ਹੈਗੀ ਕਿ ਕਿਸੇ ਵੀ ਲੇਡੀਜ਼, ਇੰਡੀਅਨ ਪੋਪੂਲੇਸ਼ਨ ਵਿੱਚ ਜ਼ਿਆਦਾਤਰ ਲੋਕ ਵੈਜੀਟੇਰੀਅਨ ਹੈਗੇ ਆ। ਵੈਜੀਟੇਰੀਅਨ ਡਾਈਟ ਵਿੱਚ ਆਇਰਨ ਨੂੰ ਕਵਰ ਕਰਨਾ ਬਹੁਤ ਮੁਸ਼ਕਿਲ ਹੈ, ਕਿਉਂਕਿ ਵੈਜੀਟੇਰੀਅਨ ਡਾਈਟ ਵਿੱਚ ਬਹੁਤ ਰਿਸਟ੍ਰਿਕਟਡ ਚੀਜ਼ਾਂ ਹੈ ਜਿਹੜੀਆਂ ਆਇਰਨ ਨੂੰ ਪੂਰਾ ਕਰਦੀਆਂ। ਮੈਂ ਇਹ ਨਹੀਂ ਕਹਿੰਦੀ ਕਿ ਸਾਰੇ ਲੋਕ ਨਾਨ ਵੈਜ ਖਾਣਾ ਸ਼ੁਰੂ ਕਰ ਦੇਣ, ਬਟ ਡੇਲੀ ਜਿਹੜੀ ਆਇਰਨ ਦੀ ਡੋਜ਼ ਹੈ ਉਹੀ ਨਹੀਂ ਪੂਰੀ ਪੈਂਦੀ ਤੇ ਸਾਨੂੰ ਆਇਰਨ ਸਪਲੀਮੈਂਟੇਸ਼ਨ ਸਾਰੇ ਗਰਲਸ ਨੂੰ ਐਟਲੀਸਟ ਮੈਂਸਸ ਸਟਾਰਟ ਹੋਣ ਤੋਂ ਬਾਅਦ ਦੇਣੀ ਹੀ ਚਾਹੀਦੀ ਹੈ। ਔਰ ਪ੍ਰੈਗਨੈਂਟ ਔਮਨ ਨੂੰ ਤਾਂ ਹਮੇਸ਼ਾ ਆਇਰਨ ਦੀ ਟੈਬਲੇਟਸ ਲੈਣੀਆਂ ਚਾਹੀਦੀਆਂ। ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਲਿਖ ਤਾਂ ਦਿੰਦੇ ਆ ਸਾਰਿਆਂ ਨੂੰ ਆਇਰਨ ਟੈਬਲੇਟਸ, ਔਰ ਆਇਰਨ ਦੇ ਥੋੜੇ ਬਹੁਤ ਸਾਈਡ ਇਫੈਕਟਸ ਕਰਕੇ ਉਹ ਛੱਡ ਦਿੰਦੇ ਆ ਆਇਰਨ ਦੀ ਟੈਬਲੇਟਸ। ਬੱਚੇ ਨੇ ਆਪਣੀ ਆਇਰਨ ਮਦਰ ਤੋਂ ਪੂਰੀ ਕਰ ਲੈਣੀ ਹੈ। ਜਿਹੜਾ ਅਨੀਮੀਆ ਉਹ ਮਦਰ ਚ ਆਏਗਾ, ਕਦੇ ਵੀ ਬੱਚਾ ਅਨੀਮਿਕ ਨਹੀਂ ਹੋਏਗਾ। ਤੇ ਇਸ ਲਈ ਡਾਈਟ ਤੋਂ ਇਲਾਵਾ ਤੁਹਾਨੂੰ ਆਇਰਨ HB ਜਿਹੜਾ ਹੈਗਾ ਉਹ ਟਾਈਮ ਟੂ ਟਾਈਮ ਚੈੱਕ ਕਰਵਾਉਣਾ ਚਾਹੀਦਾ ਹੈ। ਔਰ ਜੇ ਤੁਹਾਡਾ HB ਘੱਟ ਹੈ ਔਰ ਜਿਹੜੀ ਆਇਰਨ ਦੀ ਗੋਲੀਆਂ ਤੋਂ ਵੀ ਵੱਧ ਨਹੀਂ ਰਿਹਾ, ਫਿਰ ਤੁਹਾਨੂੰ ਇੰਜੈਕਸ਼ਨਸ ਲਗਵਾਉਣੇ ਚਾਹੀਦੇ ਹੈ ਤਾਂ ਕਿ ਤੁਹਾਡਾ ਜੇ ਆਇਰਨ ਪੂਰਾ ਹੋਏਗਾ, ਉਹਦੇ ਸਟੋਰਸ ਪੂਰੇ ਹੋਣਗੇ, ਤਾਂ ਹੀ ਤੁਸੀਂ ਅੱਗੇ ਬੱਚੇ ਨੂੰ ਪ੍ਰੋਪਰ ਫੀਡ ਵਗੈਰਾ ਵਿੱਚ ਵੀ ਹੈਲਪ ਕਰ ਸਕੋਗੇ। ਨਹੀਂ ਤਾਂ ਫਿਰ ਉਸ ਟਾਈਮ ਤੇ ਬੱਚਾ ਜਾ ਕੇ ਤੁਹਾਡਾ ਵੀਕ ਹੋ ਸਕਦਾ ਹੈ। ਅੱਛਾ ਡਾਕਟਰ ਸਾਹਿਬ, ਅਨੀਮੀਆ ਦੀ ਗੱਲ ਹੋਈ ਆ ਤਾਂ ਬਹੁਤ ਸਾਰੇ ਘੱਟ ਔਰਤਾਂ ਇਹ ਤੋਂ ਵਾਕਿਫ ਹੋਣਗੀਆਂ ਤੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੋਊਗਾ ਕਿ ਅਸੀਂ ਉਹਦਾ ਸ਼ਿਕਾਰ ਆ। ਸੋ ਸਭ ਤੋਂ ਪਹਿਲਾਂ ਅਨੀਮੀਆ ਕੀ ਹੈ ਔਰ ਇਹਦੇ ਸਿੰਪਟਮਸ ਕੀ ਹੈ, ਤੁਸੀਂ ਜ਼ਰੂਰ ਦੱਸਿਓ। ਜਦੋਂ ਵੀ HB ਲੈਸ ਦੈਨ ਤੁਹਾਡਾ 10 ਗ੍ਰਾਮਸ ਹੋਏਗਾ, ਇੰਡੀਅਨ ਪੋਪੂਲੇਸ਼ਨ 'ਚ ਮੈਂ ਕਹਿੰਦੀ ਹਾਂ 9 ਗ੍ਰਾਮਸ ਵੀ ਤੁਸੀਂ ਕੰਸੀਡਰ ਕਰ ਲਓ, ਬਿਕੋਜ਼ ਮੈਂ OPD ਵਿੱਚੋਂ 9 ਗ੍ਰਾਮਸ 10 ਗ੍ਰਾਮਸ ਹੀ ਦੇਖਦੀ ਹਾਂ। 10 ਗ੍ਰਾਮ ਤੋਂ ਉੱਪਰ ਤਾਂ ਮੈਂ ਦੇਖਦੀ ਨਹੀਂ ਬਲੱਡ। ਤਾਂ 9 to 10 ਗ੍ਰਾਮਸ ਤੋਂ ਘੱਟ ਜੇ ਤੁਹਾਡਾ ਬਲੱਡ ਹੈਗਾ ਹੈ ਤਾਂ ਇਹਦਾ ਮਤਲਬ ਤੁਸੀਂ ਅਨੀਮਿਕ ਹੈਗੇ ਹੋ। ਅਨੀਮੀਆ ਦਾ ਸਭ ਤੋਂ ਪਹਿਲਾਂ ਤੇ ਜਿੱਦਾਂ ਕੋਈ ਤੁਹਾਨੂੰ ਦੇਖਦਾ ਤਾਂ ਕਹੇਗਾ ਕਿ ਤੇਰਾ ਰੰਗ ਕਿਉਂ ਪੀਲਾ ਪੈ ਗਿਆ। ਇੱਕ ਤਾਂ ਫੇਸ ਤੇ ਪੈਲਰ ਹੁੰਦਾ ਹੈ, ਫਿਰ ਤੁਹਾਡੇ ਜਿਹੜੇ ਨਹੁੰ ਹੈਗੇ ਹੈ, ਤੁਹਾਡੀ ਅੱਖਾਂ ਦੇ ਨੀਚੇ ਪੀਲਾਪਨ ਆ ਜਾਏਗਾ। ਤੁਹਾਨੂੰ ਏਦਾਂ ਲੱਗੇਗਾ ਕਿ ਜਦੋਂ ਤੁਸੀਂ ਨਹੁੰ ਪ੍ਰੈਸ ਕਰਦੇ ਹੋ ਤਾਂ ਬਿਲਕੁਲ ਹੀ ਉਹ ਵਾਈਟ ਹੁੰਦੇ ਹੈ। ਫਿਰ ਤੁਹਾਨੂੰ ਥੋੜਾ ਜਿਹਾ ਘਰ ਦਾ ਕੰਮ ਕਰਨ ਤੇ ਵੀ ਸਾਹ ਚੜਨਾ ਸ਼ੁਰੂ ਹੋ ਜਾਂਦਾ ਹੈ। ਫਿਰ ਤੁਹਾਨੂੰ ਚਿੜਚਿੜਾਹਟ ਹੁੰਦੀ ਹੈ, ਗੁੱਸਾ ਚੜਦਾ ਹੈ, ਭੁੱਖ ਵੀ ਨਹੀਂ ਲੱਗਦੀ। ਇਹ ਸਾਰੇ ਜਿਹੜੇ ਬਹੁਤ ਕਾਮਨ ਸਿੰਪਟਮਸ ਹੈ ਆਇਰਨ ਡੈਫੀਸ਼ੀਐਂਸੀ ਦੇ। ਔਰ ਬਾਰ-ਬਾਰ ਮਿੱਟੀ ਖਾਣ ਦਾ ਕਈ ਵਾਰ ਕਿਸੇ ਕਿਸੇ ਦਾ ਜੀ ਕਰਦਾ ਹੈ। ਇਹ ਸਾਰੇ ਸਿੰਪਟਮਸ ਆਇਰਨ ਡੈਫੀਸ਼ੀਐਂਸੀ ਵਿੱਚ ਹੋ ਸਕਦੇ ਹੈ। ਜੀ। ਅੱਛਾ, ਤੇ ਬਹੁਤ ਸਾਰੀਆਂ ਲੋਕਾਂ ਮਤਲਬ ਕੁੜੀਆਂ ਨੂੰ ਨਹੀਂ ਪਤਾ ਹੋਏਗਾ ਕਿ ਉਹ ਅਨੀਮੀਆ ਦਾ ਸ਼ਿਕਾਰ ਹੈ। ਸੋ ਫਿਰ ਤੋਂ ਪ੍ਰੈਗਨੈਂਸੀ ਦੇ ਆ ਜਾਂਦੇ। ਪ੍ਰੈਗਨੈਂਸੀ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਅੱਜ ਕੱਲ ਅਸੀਂ ਆਮ ਸੁਣਨ ਨੂੰ ਮਿਲਦੇ ਕਿ ਬੱਚਾ ਬ੍ਰੀਚ ਪੋਜੀਸ਼ਨ 'ਚ ਹੈ। ਸੋ ਬ੍ਰੀਚ ਪੋਜੀਸ਼ਨ ਕੀ ਹੈ ਔਰ ਬ੍ਰੀਚ ਪੋਜੀਸ਼ਨ 'ਚ ਬੱਚਾ ਰਹਿ ਕਿਵੇਂ ਜਾਂਦਾ ਹੈ? ਐਕਚੁਅਲੀ ਇਹ ਹੁੰਦਾ ਹੈ ਕਿ ਕੁਦਰਤ ਨੇ ਬਣਾਇਆ ਇਸ ਤਰ੍ਹਾਂ ਹੈਗਾ ਹੈ ਕਿ ਯੂਜੂਅਲੀ ਬੱਚੇ ਦਾ ਸਿਰ ਨੀਚੇ ਹੁੰਦਾ ਹੈ, ਜਿਹੜਾ ਆਪਣਾ ਨਾਰਮਲ ਬਰਥ ਦੇ ਹਿਸਾਬ ਨਾਲ ਨੇਚਰ ਨੇ ਇਦਾਂ ਹੀ ਬਣਾਇਆ ਹੋਇਆ ਹੈ। ਪਰ ਬੱਚਾ ਜਿਹੜਾ ਹੈਗਾ ਫਸਟ 6 ਮੰਥਸ ਵਿੱਚ ਰੋਟੇਟ ਹੁੰਦਾ ਹੈ, ਮਤਲਬ ਆਪਣੀ ਪੋਜੀਸ਼ਨ ਚੇਂਜ ਕਰਦਾ ਰਹਿੰਦਾ ਹੈ। ਔਰ ਕਈ ਵਾਰ ਕੀ ਹੁੰਦਾ ਕਿਸੇ ਕਾਰਨ ਤੋਂ, ਜਿੱਦਾਂ ਕਿਸੇ ਮਦਰ ਦਾ ਯੂਟਰਸ ਦੀ ਕੋਈ ਬਣਾਵਟ ਇਦਾਂ ਦੀ ਹੋਏਗੀ, ਜਾਂ ਕਈ ਵਾਰ ਪਾਣੀ ਘੱਟ ਹੁੰਦਾ ਹੈ, ਜਾਂ ਕਈ ਵਾਰ ਕੁਝ ਨਾ ਵੀ ਕਾਰਨ ਤੋਂ ਕੀ ਹੁੰਦਾ ਹੈ ਕਿ ਬੱਚੇ ਦੇ ਪੈਰ ਥੱਲੇ ਹੁੰਦੇ ਆ ਔਰ ਸਿਰ ਉੱਪਰ ਹੁੰਦਾ ਹੈ। ਉਸ ਪੋਜੀਸ਼ਨ ਨੂੰ ਬ੍ਰੀਚ ਪੋਜੀਸ਼ਨ ਕਹਿੰਦੇ ਆ। ਅਲਟਰਾਸਾਊਂਡ ਵਿੱਚ ਉਹ ਡਾਕਟਰਸ, ਰੇਡੀਓਲੋਜਿਸਟ ਦੱਸ ਦਿੰਦੇ ਆ ਕਿ ਤੁਹਾਡਾ ਬੱਚਾ ਪੁੱਠਾ ਹੈ। ਉਹਦੇ ਵਿੱਚ ਘਬਰਾਉਣ ਦੀ ਕੋਈ ਗੱਲ ਨਹੀਂ ਹੁੰਦੀ। ਇਸ ਤਰ੍ਹਾਂ ਦੇ ਕੇਸਿਸ ਵਿੱਚ ਥੋੜਾ ਜਿਹਾ ਧਿਆਨ ਰੱਖਣਾ ਪੈਂਦਾ ਹੈ ਕਿ ਕਈ ਵਾਰ ਕੀ ਹੁੰਦਾ ਹੈ ਕਿ ਜਿਹੜੀ ਕੌਰਡ ਹੈਗੀ ਹੈ ਬੱਚੇ ਦੀ, ਨਾੜੂ ਜਿਹਨੂੰ ਅਸੀਂ ਕਹਿੰਦੇ ਆ, ਜੇ ਦਰਦਾਂ ਲੱਗ ਜਾਣ ਔਰ ਤੁਸੀਂ ਲਾਪਰਵਾਹ ਹੋ ਜਾਓ ਤਾਂ ਕਈ ਵਾਰ ਨਾੜੂ ਬਾਹਰ ਨਿਕਲ ਜਾਂਦੀ ਹੈ, ਜੋ ਕਿ ਬੱਚੇ ਲਈ ਇੱਕਦਮ ਖਤਰਨਾਕ ਹੋ ਸਕਦਾ ਹੈ। ਨਾਰਮਲ ਡਿਲੀਵਰੀ ਅਸੀਂ ਬ੍ਰੀਚ ਪੋਜੀਸ਼ਨ ਵਿੱਚ ਕਰ ਸਕਦੇ ਹਾਂ, ਪਰ ਓਨਲੀ ਅੰਡਰ ਸਟ੍ਰਿਕਟ ਸੁਪਰਵਿਜ਼ਨ। ਔਰ ਜੇ ਨਾਰਮਲ ਡਿਲੀਵਰੀ ਨਹੀਂ ਹੋ ਰਹੀ ਤਾਂ ਫਿਰ ਬ੍ਰੀਚ ਪੋਜੀਸ਼ਨ ਤੁਸੀਂ ਜਿੱਦ ਤੇ ਨਹੀਂ ਬਹਿ ਸਕਦੇ ਕਿ ਸਾਡੀ ਨਾਰਮਲ ਕਰੋ। ਇਨ ਦੈਟ ਕੇਸ ਤੁਹਾਨੂੰ ਸਿਜ਼ੇਰੀਅਨ ਕਰਵਾ ਲੈਣਾ ਚਾਹੀਦਾ ਹੈ, ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਜਦੋਂ ਬੱਚੇ ਦਾ ਸਿਰ ਵੱਡਾ ਹੋਏਗਾ ਤੇ ਗਲੇ ਤੇ ਆ ਕੇ ਬੱਚਾ ਫਸ ਜਾਂਦਾ ਹੈ। ਅੱਛਾ ਡਾਕਟਰ ਸਾਹਿਬ, ਕਹਿੰਦੇ ਨੇ ਕਿ ਜਦੋਂ ਤੁਹਾਡਾ ਵਾਟਰ ਬ੍ਰੋਕ ਵੀ ਹੁੰਦਾ ਹੈ ਬ੍ਰੀਚ ਪੋਜੀਸ਼ਨ 'ਚ ਤਾਂ ਤੁਰੰਤ ਜਿਹੜਾ ਸਰਜਰੀ ਵੱਲ ਨੂੰ ਜਾਣਾ ਚਾਹੀਦਾ, ਕਿਉਂਕਿ ਬੱਚੇ ਦੀ ਆਕਸੀਜਨ ਲੈਵਲ ਜਿਹੜਾ ਹੈ ਉਹ ਘਟਣਾ ਸ਼ੁਰੂ ਹੋ ਜਾਂਦਾ। ਕੀ ਵਾਕਈ ਇਦਾਂ ਹੋ ਜਾਂਦਾ ਹੈ?
ਇਦਾਂ ਨਹੀਂ ਹੁੰਦਾ। ਆਕਸੀਜਨ ਲੈਵਲ ਇਦਾਂ ਵਾਟਰ ਬ੍ਰੇਕ ਹੋਣ ਤੇ ਕਦੇ ਵੀ ਨਹੀਂ ਘਟਦਾ। ਉਹ ਉਨ ਕੇਸਿਸ ਜਿੱਦਾਂ ਮੈਂ ਪਹਿਲੇ ਵੀ ਦੱਸਿਆ, ਉਨ ਕੇਸਿਸ 'ਚ ਹੁੰਦਾ ਹੈ ਜੇ ਕਾਰਡ ਪ੍ਰੋਲੈਪਸ ਹੋ ਜਾਏ, ਮਤਲਬ ਬੱਚੇ ਦੀ ਨਾੜੂ ਬਾਹਰ ਆ ਜਾਏ ਜਾਂ ਬੱਚੇ ਦਾ ਕੋਈ ਪੈਰ ਬਾਹਰ ਆ ਜਾਏ, ਉਹਦੇ ਨਾਲ ਕੀ ਹੁੰਦਾ ਹੈ ਕਿ ਬੱਚੇ ਦਾ ਅੰਦਰ ਸਾਹ ਘੁੱਟਣਾ ਸ਼ੁਰੂ ਹੋ ਜਾਂਦਾ ਹੈ। ਇਨ ਦੈਟ ਕੇਸ ਤੁਹਾਨੂੰ ਇਮੀਡੀਏਟਲੀ ਸਰਜਰੀ ਐਡਵਾਈਸ ਕੀਤੀ ਜਾਂਦੀ ਹੈ। ਪਰ ਜੇ ਬਹੁਤ ਅੱਛੀਆਂ ਦਰਦਾਂ ਲੱਗੀਆਂ ਹੋਣ ਔਰ ਬੱਚਾ ਠੀਕ ਠਾਕ ਸਾਈਜ਼ ਦਾ ਹੋਏ, ਇਨ ਦੈਟ ਕੇਸ ਨਾਰਮਲ ਡਿਲੀਵਰੀ ਵੀ ਟਰਾਈ ਕੀਤੀ ਜਾ ਸਕਦੀ ਹੈ। ਅੱਛਾ ਡਾਕਟਰ ਸਾਹਿਬ, ਕਈ ਵਾਰੀ ਨਾ ਆਪਾਂ ਕਹਿੰਦੇ ਆ ਕਿ ਪ੍ਰੈਗਨੈਂਸੀ ਦੀ ਸਹੀ ਉਮਰ 23 ਤੋਂ ਕੁਝ ਸਾਲ ਹੁੰਦੀ ਹੈ, ਵੀ ਵੱਧ ਉਮਰ ਦੀਆਂ ਲੇਡੀਜ਼ ਨੂੰ ਪ੍ਰੈਗਨੈਂਟ ਥੋੜਾ ਘੱਟ ਹੋਣਾ ਚਾਹੀਦਾ। ਸੋ ਕੀ ਵਾਜਿਬ ਹੈ ਇਦਾਂ ਕਹਿਣਾ ਕਿ ਜਿਹੜੀ ਪ੍ਰੈਗਨੈਂਸੀ ਦੀ ਇੱਕ ਏਜ ਲਿਮਿਟ ਹੁੰਦੀ ਹੈ? ਅੱਜ ਕੱਲ ਦੇਖੋ ਸਾਰੇ ਵਰਕਿੰਗ ਵਿਮਨ ਹੈਗੇ ਆ, ਪ੍ਰੈਗਨੈਂਸੀ ਦੀ ਏਜ ਲਿਮਿਟ ਤਾਂ ਕਰਨਾ ਬਹੁਤ ਹੀ ਮੁਸ਼ਕਿਲ ਹੈ, ਬਿਕੋਜ਼ ਆਈ ਥਿੰਕ ਸਾਰੇ ਆਪਣੀ ਮੈਰਿਡ ਲਾਈਫ ਹੀ 30s 'ਚ ਸ਼ੁਰੂ ਕਰਦੇ ਆ। ਤੇ ਪ੍ਰੈਗਨੈਂਸੀ ਦੀ ਦੇਖੋ ਏਜ ਲਿਮਿਟ ਕੋਈ ਨਹੀਂ ਹੈ। ਆਫ ਕੋਰਸ ਅਪਰ ਲਿਮਿਟ ਹੈ, ਲਾਈਕ ਆਲਮੋਸਟ 35 ਤੋਂ ਅਬਵ ਪ੍ਰੈਗਨੈਂਸੀ ਵਿੱਚ ਬਹੁਤ ਸਾਰੀ ਕੰਪਲਿਕੇਸ਼ਨਸ ਆਉਂਦੀਆਂ, ਜਿੱਦਾਂ ਕਿ ਤੁਸੀਂ ਸੁਣਿਆ ਹੋਏਗਾ ਮੰਗੋਲੀਅਨ ਬੇਬੀਜ਼ ਵਗੈਰਾ, ਉਹ ਜਿਹੜੀ ਹੈ 35 ਇਅਰਸ ਤੋਂ ਅਬਵ ਪ੍ਰੈਗਨੈਂਸੀ ਵਿੱਚ ਉਹ ਪ੍ਰੋਬਲਮਸ ਆ ਸਕਦੀਆਂ। ਦੈਨ ਹਾਈਪਰਟੈਂਸ਼ਨ ਦੀ, ਬੀਪੀ ਵਧਣਾ ਸ਼ੁਰੂ ਹੋ ਜਾਂਦਾ ਹੈ, ਕੋਈ ਸ਼ੂਗਰ ਦੀ ਐਡੀਸ਼ਨਲ ਪ੍ਰੋਬਲਮ ਜਾਂ ਇਸ ਤਰ੍ਹਾਂ ਕੀ ਬਹੁਤ ਸਾਰੀ ਪ੍ਰੋਬਲਮਸ ਹੁੰਦੀਆਂ ਜੋ 35 ਪਲੱਸ ਵਿੱਚ ਹੁੰਦੀਆਂ ਔਰ ਜੋ 35 ਪਲੱਸ ਤੋਂ ਥੱਲੇ ਨਹੀਂ ਹੁੰਦੀਆਂ। ਇਸ ਲਈ ਪੁਰਾਣੇ ਜ਼ਮਾਨੇ 'ਚ ਵੱਡੇ ਕਹਿੰਦੇ ਸੀ ਵੀ ਵਿਆਹ ਤੋਂ ਬਾਅਦ ਹੀ ਜਲਦੀ ਜਲਦੀ ਬੱਚਾ ਕਰ ਲਓ। ਹੁਣ ਸਿਨੈਰੀਓ ਚੇਂਜ ਹੋ ਗਿਆ, ਟਾਈਮ ਚੇਂਜ ਹੋ ਗਿਆ, ਆਪਾਂ ਉਹ ਤਾਂ ਕਹਿ ਨਹੀਂ ਸਕਦੇ। ਬਟ ਆਫ ਕੋਰਸ ਜੇ ਤੁਸੀਂ ਆਪਣੀ ਮੈਰਿਡ ਲਾਈਫ ਸ਼ੁਰੂ ਕਰ ਰਹੇ ਹੋ ਔਰ 30 to 35 ਇਜ਼ ਦੀ ਆਈਡੀਅਲ ਟਾਈਮ ਦੇ ਵਿੱਚ ਤੁਹਾਨੂੰ ਪ੍ਰੈਗਨੈਂਸੀ ਕਰ ਲੈਣੀ ਚਾਹੀਦੀ ਹੈ। ਅੱਛਾ ਡਾਕਟਰ ਸਾਹਿਬ, ਪ੍ਰੈਗਨੈਂਸੀ ਦੇ ਵਿੱਚ ਵੀ ਕਈ ਵਾਰੀ ਕੀ ਹੁੰਦਾ, ਔਰਤਾਂ ਨੂੰ ਸਟੇਨ ਲੱਗਦਾ, ਬਲੱਡ ਸਟੇਨ ਲੱਗਦਾ, ਸੋ ਕੀ ਕਾਰਨ ਹੋ ਸਕਦੇ ਨੇ? ਕਿ ਇਹ ਡਰ ਵਾਲਾ ਹੁੰਦਾ ਹੈ? ਦੇਖੋ ਜ਼ਿਆਦਾਤਰ ਇਹਦੇ ਵਿੱਚ ਪ੍ਰੋਬਲਮਸ ਆਉਂਦੀਆਂ ਕਿਉਂਕਿ ਦੇਖੋ ਸਟੇਨ ਜੇ ਇੱਕੋ ਵਾਰ ਕੋਈ ਸਪੌਟ ਲੱਗਿਆ, ਸਪੌਟ ਦਾ ਕਲਰ ਰੈਡ ਜਾਂ ਬਰਾਊਨ ਹੈ, ਤੇ ਇਹ ਸਪੌਟ ਦੇ ਕਲਰ ਤੇ ਵੀ ਡਿਪੈਂਡ ਕਰਦਾ ਹੈ। ਪਰ ਇਨ ਐਨੀ ਕੇਸ ਜਦੋਂ ਵੀ ਸਪੌਟ ਲੱਗਦਾ ਤਾਂ ਤੁਹਾਨੂੰ ਆਪਣੇ ਡਾਕਟਰ ਨੂੰ ਚੈੱਕ ਕਰਾ ਕੇ ਅਲਟਰਾਸਾਊਂਡ ਜ਼ਰੂਰ ਕਰਵਾਉਣਾ ਚਾਹੀਦਾ ਹੈ। ਉਹਦੇ ਵਿੱਚ ਸਾਨੂੰ ਇਹ ਪਤਾ ਚੱਲ ਜਾਂਦਾ ਕਿ ਬੇਬੀ ਦੀ ਹਾਰਟ ਬੀਟ, ਬੇਬੀ ਦੀ ਗਰੋਥ ਵਗੈਰਾ ਠੀਕ ਹੈ, ਬੇਬੀ ਸਹੀ ਤਰ੍ਹਾਂ ਯੂਟਰਸ ਵਿੱਚ ਆਪਣੀ ਜਗ੍ਹਾ ਲੈ ਚੁੱਕਾ ਹੈ ਕਿ ਨਹੀਂ ਲੈ ਚੁੱਕਾ, ਜਦੋਂ ਅਸੀਂ ਇੰਪਲਾਂਟੇਸ਼ਨ ਕਹਿੰਦੇ ਹਾਂ। ਕਈ ਵਾਰ ਇਹ ਨਾਰਮਲ ਇੰਪਲਾਂਟੇਸ਼ਨ ਬਲੀਡਿੰਗ ਵੀ ਹੁੰਦੀ ਹੈ ਜੋ ਇੱਕ ਅੱਧਾ ਦਿਨ ਹੋ ਕੇ ਬੰਦ ਹੋ ਜਾਂਦੀ ਹੈ, ਪਰ ਕਈ ਵਾਰ ਇਹ ਪ੍ਰੋਬਲਮੈਟਿਕ ਵੀ ਹੋ ਸਕਦੀ ਹੈ ਕਿਉਂਕਿ ਕਈ ਵਾਰ ਜਿਹੜੀ ਆਪਣੀ ਔਲ ਹੈਗੀ ਹੈ ਉਹਦੇ ਪਿੱਛੇ ਖੂਨ ਦਾ ਜਮਾਅ ਹੋ ਸਕਦਾ ਹੈ। ਇਨ ਦੈਟ ਕੇਸ ਫਿਰ ਅਸੀਂ ਪੇਸ਼ੈਂਟ ਨੂੰ ਬੈੱਡ ਰੈਸਟ ਤੇ ਹੋਰ ਮੈਡੀਸਿਨਸ ਐਡਵਾਈਸ ਕਰਦੇ ਹਾਂ ਤਾਂ ਕਿ ਉਹਦੀ ਪ੍ਰੈਗਨੈਂਸੀ ਕੰਟੀਨਿਊ ਹੋ ਸਕੇ। ਜੀ ਅੱਛਾ ਡਾਕਟਰ ਸਾਹਿਬ, ਜੇਕਰ ਗੱਲ ਕਰਾਂ, ਮਿਸਕੈਰੇजेस ਬਹੁਤ ਆਮ ਹੋ ਗਿਆ ਸੁਣਨ ਨੂੰ, ਹਨਾ, ਵੀ ਮਿਸਕੈਰੇਜ ਹੋ ਗਿਆ, ਬੱਚਾ ਨਹੀਂ ਰਿਹਾ। ਸੋ ਕੀ ਕਾਰਨ ਮੰਨਦੇ ਹੋ? ਸਟ੍ਰੈਸਫੁਲ ਲਾਈਫ ਹੈ ਕਿ ਬੱਚਾ, ਜਿੱਦਾਂ ਕਹਿ ਲਓ ਵੀ ਲੇਡੀਜ਼ ਦਾ ਮਿਸਕੈਰੇਜ ਜਿਹੜਾ ਹੁਣ ਆਮ ਹੋ ਗਿਆ? देखो स्ट्रेस इज नॉट अ रीजन फॉर मिसकैरेज। अगर किसी के घर में जिदा बहुत ज़्यादा स्ट्रेस होए तो फिर मैं कह सकती हाँ कि मे बी स्ट्रेस कारण हो सकता है मिसकैरेज का। बट यूजुअली कई मिसकैरेज कुछ जेनेटिक कारण करके भी हो सकते हैं। ਜਿਹੜੇ फर्स्ट मिसकैरेज ਹੁੰਦਾ ਹੈ ਉਹ ਅਸੀਂ ਬਹੁਤ ਜ਼ਿਆਦਾ ਉਹਨੂੰ ਸੀਰੀਅਸਲੀ ਨਹੀਂ ਲੈਂਦੇ ਕਿਉਂਕਿ ਉਹ ਕਈ ਵਾਰ ਬਾਏ ਚਾਂਸ ਵੀ ਮਿਸਕੈਰੇजेस ਹੁੰਦੇ ਆ ਜਿਸ ਨੂੰ ਅਸੀਂ ਫੀਟਲ ਐਨੀਪਲੋਇਡੀ ਕਹਿੰਦੇ ਆ। ਠੀਕ ਹੈ, ਉਹ ਕ੍ਰੋਮੋਸੋਮਨਲ ਅਬਨੋਰਮੈਲਿਟੀ ਕਰਕੇ ਹੁੰਦੇ ਆ। ਬਟ ਜੇ ਤੁਹਾਡੇ 2 ਔਰ ਮੋਰ ਮਿਸਕੈਰੇजेस ਹੋ ਰਹੇ ਹੈ, ਮਤਲਬ 2 ਵਾਰ ਤੁਸੀਂ ਇਸ ਸੇਮ ਚੀਜ਼ ਚੋਂ ਗੁਜ਼ਰ ਚੁੱਕੇ ਹੋ, ਇਹਦਾ ਮਤਲਬ ਕਿ ਡੈਫੀਨੇਟਲੀ ਕੋਈ ਨਾ ਕੋਈ ਪ੍ਰੋਬਲਮ ਹੈ। ਤੁਹਾਨੂੰ ਪ੍ਰੋਪਰ ਇਨਵੈਸਟੀਗੇਟ ਕਰਾਉਣਾ ਚਾਹੀਦਾ ਹੈ। ਥਾਇਰਾਇਡ ਦਾ ਟੈਸਟ ਹੋ ਗਿਆ, ਡਾਇਬੀਟੀਜ਼ ਦਾ ਹੋ ਗਿਆ, ਟਾਰਚ ਇਨਫੈਕਸ਼ਨਸ ਹੋ ਗਈ, ਇਹ ਸਾਰੇ ਟੈਸਟ ਔਰ ਇਮਿਊਨ ਡਿਸਆਰਡਰਸ ਅੱਜ ਕੱਲ੍ਹ ਬਹੁਤ ਕਾਮਨ ਹੋ ਗਏ ਹੈ। ਇਹ ਸਾਰੇ ਪੈਨਲ ਹੁੰਦੇ ਆ ਟੈਸਟ ਦੇ, ਉਹ ਤੁਹਾਨੂੰ ਕਰਾ ਕੇ ਪਤਾ ਲੱਗਣਾ ਚਾਹੀਦਾ ਹੈ ਕਿ ਕਿਹੜੀ ਪ੍ਰੋਬਲਮ ਹੈਗੀ ਹੈ ਜਿਹਦੇ ਕਰਕੇ ਇਹ ਚੀਜ਼ 3rd ਜਾਂ 4th ਟਾਈਮ ਰਿਪੀਟ ਨਾ ਹੋਏ। ਨਹੀਂ ਤੇ ਜੇ ਇਹ ਕਮੀ ਰਹੇਗੀ ਤੇ ਬਾਰ-ਬਾਰ ਮਿਸਕੈਰੇजेस ਹੋਣ ਦੇ ਚਾਂਸਸ ਹੋਣਗੇ। ਇਸ ਤੋਂ ਇਲਾਵਾ ਜੇਕਰ ਗੱਲ ਕਰਾਂ ਡਾਕਟਰ ਸਾਹਿਬ, ਇੱਕ ਟ੍ਰਿਪਲ ਮਾਰਕਰ ਟੈਸਟ ਨਾਮ ਦਾ ਵੀ ਇੱਕ ਟੈਸਟ ਹੁੰਦਾ ਹੈ, ਉਹ ਕੀ ਹੁੰਦਾ ਹੈ ਔਰ ਕਿਉਂ ਕੀਤਾ ਜਾਂਦਾ ਹੈ? ਟ੍ਰਿਪਲ ਮਾਰਕਰ ਟੈਸਟ ਬੇਸਿਕਲੀ ਅਸੀਂ ਜਿਹੜੀ ਆਪਣੀ ਲੈਂਗੁਏਜ ਵਿੱਚ ਕਹਿੰਦੇ ਆ ਐਲਡਰਲੀ ਪ੍ਰੈਗਨੈਂਟ ਵਿਮਨ ਵਿੱਚ ਕਰਵਾਉਂਦੇ ਆ, ਮੇਬੀ 30 ਤੋਂ ਪਲੱਸ ਅਸੀਂ ਕਰਵਾਉਂਦੇ ਆ, ਇਹ ਦੇਖਣ ਵਾਸਤੇ ਕਿ ਡਾਊਨਸ ਬੇਬੀ ਦਾ ਚਾਂਸ ਕਿੰਨਾ ਹੈਗਾ। ਇਹ ਇੱਕ ਸਕਰੀਨਿੰਗ ਟੈਸਟ ਹੈ ਜੋ ਸਾਨੂੰ ਦੱਸਦਾ ਹੈਗਾ ਕਿ ਤੁਹਾਡੇ ਬੇਬੀ ਵਿੱਚ ਕੋਈ ਜਮਾਂਦਰੂ ਤਕਲੀਫ ਜਾਂ ਮੰਗੋਲੀਅਨ ਫੀਚਰਸ ਤਾਂ ਨਹੀਂ ਹੈਗੇ। ਇਹ ਇੱਕ ਪੱਕਾ ਟੈਸਟ ਤਾਂ ਨਹੀਂ ਹੈਗਾ, ਬਟ ਸਕਰੀਨਿੰਗ ਇਹਦੇ ਵਿੱਚ ਹੋ ਜਾਂਦੀ ਹੈ। ਪਰਟੀਕੁਲਰਲੀ ਜਿਸ ਫੈਮਿਲੀਜ਼ 'ਚ ਫੈਮਿਲੀ ਹਿਸਟਰੀ ਹੋਏ ਇੱਦਾਂ ਦੇ ਮੈਂਟਲੀ ਰਿਟਾਰਡਡ ਬੇਬੀ ਵਗੈਰਾ ਦੀ, ਉਹਨਾਂ ਨੂੰ ਟ੍ਰਿਪਲ ਮਾਰਕਰ ਟੈਸਟ ਜ਼ਰੂਰ ਕਰਾਉਣਾ ਚਾਹੀਦਾ ਹੈ। ਅੱਛਾ ਡਾਕਟਰ ਸਾਹਿਬ, ਕਈ ਵਾਰੀ ਸਕੈਨਿੰਗ ਦੇ ਵਿੱਚ ਇੱਕ ਵਾਈਟ ਸਪੌਟ ਜੇਕਰ ਬੱਚੇ ਦੇ ਆ ਜਾਂਦਾ ਹੈ, ਸੋ ਉਹ ਕੀ ਹੁੰਦਾ ਹੈ? ਉਸ ਤੋਂ ਬਾਅਦ ਕਿਹੜੀਆਂ ਜਿਹੜੀਆਂ ਐਡਵਾਂਸਡ ਸਕੈਨਿੰਗਸ ਨੇ ਉਹ ਕਰਵਾਉਣੀਆਂ ਚਾਹੀਦੀਆਂ ਤਾਂ ਕਿ ਬੱਚੇ ਨੂੰ ਕੋਈ ਦਿੱਕਤ ਨਾ ਹੋਵੇ?
ਸਕੈਨਿੰਗ ਵਿੱਚ ਯੂਜੂਅਲੀ ਕੀ ਹੁੰਦਾ ਹੈ ਕਿ ਜਦੋਂ ਅਸੀਂ 16 ਵੀਕਸ 18 ਵੀਕਸ ਤੇ ਸਕੈਨਿੰਗ ਕਰਾਉਂਦੇ ਆ ਤਾਂ ਉਹ ਕਹਿੰਦੇ ਨੇ ਕਿ ਬੱਚੇ ਦੇ ਹਾਰਟ 'ਚ ਕੋਈ ਡਿਫੈਕਟ ਹੈਗਾ ਹੈ। ਉਹ ਹਾਰਟ 'ਚ ਡਿਫੈਕਟ ਨਹੀਂ ਹੁੰਦਾ, ਇੱਕ ਆਰਟੀਫੈਕਟ ਹੁੰਦਾ ਹੈ ਜੋ ਕਿ ਅਲਟਰਾਸਾਊਂਡ ਵਿੱਚ ਦਿਖਦਾ ਹੈਗਾ ਹੈ ਔਰ ਉਹਦੇ ਕਰਕੇ ਕਈ ਵਾਰ ਉਹ ਆ ਜਾਂਦਾ ਹੈ, ਬਟ ਉਹ ਅਲਟਰਾਸਾਊਂਡ ਵਾਲੇ ਵੀ ਕਹਿੰਦੇ ਕਿ ਰਿਪੀਟ ਸਕੈਨ 'ਚ ਕਾਫੀ ਵਾਰ 90% ਉਹ ਚਲਾ ਜਾਂਦਾ ਹੈ। ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਹਾਡੇ ਬੇਬੀ 'ਚ 100% ਹਾਰਟ ਡਿਫੈਕਟ ਹੈ। ਉਹਦੇ ਲਈ ਲੈਵਲ 2 ਸਕੈਨ, 3D ਸਕੈਨ, 4D ਸਕੈਨ, ਅੱਜ ਕੱਲ੍ਹ ਐਡਵਾਂਸਮੈਂਟ ਸਕੈਨ ਦੀ ਬਹੁਤ ਹੋ ਗਈਆਂ ਜਿਹਦੇ ਵਿੱਚ ਅਸੀਂ ਪਤਾ ਲਗਾ ਸਕਦੇ ਹਾਂ ਕਿ ਐਕਚੁਅਲ ਬੇਬੀ ਨੂੰ ਕੋਈ ਕਾਰਡੀਅਕ ਜਾਂ ਹਾਰਟ ਦੀ ਪ੍ਰੋਬਲਮ ਹੈਗੀ ਹੈ ਕਿ ਨਹੀਂ ਹੈਗੀ। ਤੇ ਇੱਕ ਵਾਰ ਜੇ ਕੋਈ ਇਦਾਂ ਦੀ ਚੀਜ਼ ਆ ਜਾਏ ਤੁਸੀਂ ਪੈਨਿਕ ਕਰਕੇ ਇਹ ਅਬੋਰਸ਼ਨ ਵੱਲ ਨਹੀਂ ਦੌੜ ਸਕਦੇ। ਤੁਹਾਨੂੰ ਉਹਨੂੰ ਕੂਲਲੀ 1-2 ਟੈਸਟ ਹੋਰ ਕਰਾਉਣੇ ਚਾਹੀਦੇ ਔਰ ਪਤਾ ਲਗਾਉਣਾ ਚਾਹੀਦਾ ਹੈ ਕਿ ਇਹ ਬਾਈ ਚਾਂਸ ਆਇਆ ਹੈ ਕਿ ਵਾਕਈ 'ਚ ਬੱਚੇ ਨੂੰ ਪ੍ਰੋਬਲਮ ਹੈਗੀ ਹੈ। ਅੱਛਾ ਡਾਕਟਰ ਸਾਹਿਬ, ਪ੍ਰੈਗਨੈਂਸੀ ਦੇ ਵਿੱਚ ਹੱਥ ਪੈਰ ਕਈਆਂ ਦੇ ਬਹੁਤ ਜ਼ਿਆਦਾ ਸੁੱਜ ਜਾਂਦੇ ਨੇ, ਹਨਾ, ਜਾਂ ਫਿਰ ਕਈਆਂ ਨੂੰ ਸਵੇਰ ਨੂੰ ਬਹੁਤ ਮਾਰਨਿੰਗ ਸਿਕਨੈਸ ਹੋ ਜਾਂਦੀ ਹੈ, ਸੋ ਉਹ ਕੀ ਕਾਰਨ ਹੋ ਸਕਦੇ? ਪ੍ਰੈਗਨੈਂਸੀ ਜਿਹੜੀ ਹੈਗੀ ਹੈ ਉਹ ਇੱਕ ਫਿਜ਼ੀਓਲੋਜੀਕਲ ਤੁਹਾਡੀ ਪੂਰੀ ਬਾਡੀ ਨੂੰ ਬਦਲ ਦਿੰਦੀ ਹੈ। ਪ੍ਰੈਗਨੈਂਸੀ ਦੇ ਜਿਹੜੇ ਹਾਰਮੋਨਸ ਹੈਗੇ ਆ ਉਸ ਨੂੰ ਐਡਜਸਟ ਕਰਨ ਲਈ ਬਾਡੀ ਟਾਈਮ ਲੈਂਦੀ ਹੈ। ਇਸ ਲਈ ਜ਼ਿਆਦਾਤਰ ਫਸਟ 3 ਮੰਥਸ ਵਿੱਚ ਤੁਹਾਨੂੰ ਗਿਡੀਨੈਸ, ਨੌਜ਼ੀਆ ਇਦਾਂ ਦੀ ਫੀਲਿੰਗ ਆਏਗੀ। ਕਿਸੇ ਨੂੰ ਸਵੇਰ ਨੂੰ, ਕਿਸੇ ਨੂੰ ਸ਼ਾਮ ਨੂੰ ਉਲਟੀ ਆਉਂਦੀ ਹੈ ਜਾਂ ਉਲਟੀ ਕਰਨ ਦਾ ਮਨ ਕਰਦਾ ਹੈ ਜਾਂ ਕਿਸੇ ਚੀਜ਼ਾਂ ਖਾਣ ਤੋਂ ਅਵਰਜਨ ਹੋ ਜਾਂਦੀ ਹੈ, ਜਿਵੇਂ ਕਿਸੇ ਨੂੰ ਆਟੇ ਦੀ ਸਮੈਲ ਚੜਨਾ ਸ਼ੁਰੂ ਹੋ ਜਾਂਦੀ ਹੈ। ਤੇ ਇਹ ਚੀਜ਼ਾਂ ਬਹੁਤ ਨਾਰਮਲ ਹੈ ਪ੍ਰੈਗਨੈਂਸੀ 'ਚ। ਓਨਲੀ ਅਗਰ ਪੇਸ਼ੈਂਟ ਬਿਲਕੁਲ ਵੀ ਕੁਝ ਨਹੀਂ ਖਾ ਪਾ ਰਿਹਾ, ਲਗਾਤਾਰ ਵੋਮਿਟ ਕਰ ਰਿਹਾ ਹੈ, ਇਨ ਦੈਟ ਕੇਸ ਅਸੀਂ ਕਹਿੰਦੇ ਹਾਂ ਕਿ ਤੁਸੀਂ ਆਪਣੇ ਟੈਸਟ ਕਰਵਾਓ। ਅਦਰਵਾਈਜ਼ ਜੇ ਸ਼ਾਮ ਨੂੰ ਜਾਂ ਮਾਰਨਿੰਗ 'ਚ ਇੱਕ ਆਦੀ ਵੋਮਿਟ ਆ ਰਹੀ ਹੈ, ਇਹ ਨਾਰਮਲ ਫਿਜ਼ੀਓਲੋਜੀਕਲ ਚੇਂਜ ਹੈਗੀ ਹੈ ਜਿਹੜੀ 4th ਮੰਥ ਤੋਂ ਬਾਅਦ ਠੀਕ ਹੋ ਜਾਂਦੀ ਹੈ ਔਰ ਜ਼ਿਆਦਾ ਵਰੀ ਕਰਨ ਲਈ ਜ਼ਰੂਰਤ ਨਹੀਂ ਹੈਗੀ। ਉਹਦੇ ਲਈ ਥੋੜਾ ਜਿਹਾ ਡਾਈਟ ਦਾ ਪੈਟਰਨ ਆਪਣਾ ਚੇਂਜ ਕਰਨਾ ਪੈਣਾ ਹੈ। ਅੱਛਾ ਡਾਕਟਰ ਸਾਹਿਬ, ਇੱਕ ਕਹਿੰਦੇ ਹੁੰਦੇ ਕਿ ਜਦੋਂ ਸਰਜਰੀ ਹੋ ਜਾਂਦੀ ਹੈ, ਹਨਾ, ਮਦਰ ਦੀ ਸਜ਼ੇਰੀਅਨ ਹੋ ਜਾਂਦਾ ਹੈ, ਸੋ ਕੀ ਉਸ ਤੋਂ ਬਾਅਦ ਉਹ ਨਾਰਮਲ ਡਿਲੀਵਰੀ ਆਪਟ ਕਰ ਸਕਦੀ ਹੈ ਕਿ ਫਿਰ ਸਜ਼ੇਰੀਅਨ ਹੀ ਚੱਲਦਾ ਹੈ? ਦੇਖੋ, ਇੱਕ ਸਜ਼ੇਰੀਅਨ ਤੋਂ ਬਾਅਦ ਨਾਰਮਲ ਡਿਲੀਵਰੀ ਡੈਫੀਨੇਟਲੀ ਹੋ ਸਕਦੀ ਹੈ, ਪਰ ਬਾਡੀ ਨੂੰ ਰਿਕਵਰ ਹੋਣ ਲਈ ਐਟਲੀਸਟ 2 ਇਅਰਸ ਦਾ ਟਾਈਮ ਚਾਹੀਦਾ ਹੈ ਇੱਕ ਨਾਰਮਲ ਡਿਲੀਵਰੀ ਵਾਸਤੇ। ਔਰ ਜਿਹੜੀ ਨਾਰਮਲ ਡਿਲੀਵਰੀ ਹੈ ਉਹ ਅਗੇਨ ਮੈਂ ਕਹਿ ਰਹੀ ਹਾਂ ਅੰਡਰ ਪ੍ਰੋਪਰ ਸੁਪਰਵਿਜ਼ਨ ਹੋਣੀ ਚਾਹੀਦੀ ਹੈ। ਬਿਕੋਜ਼ ਅਗਰ ਤੁਹਾਡੇ ਸਟਿਚਸ ਪ੍ਰੋਪਰ ਹੀਲ ਨਹੀਂ ਹੋਏ ਔਰ ਤੁਸੀਂ ਕਿਸੇ ਵੀ ਸੈਂਟਰ ਤੇ ਜਾ ਕੇ ਨਾਰਮਲ ਡਿਲੀਵਰੀ ਦੀ ਟਰਾਈ ਕਰ ਰਹੇ ਹੋ ਤਾਂ ਕਾਫੀ ਚਾਂਸਸ ਹੈ ਕਿ ਸਟਰੋਂਗ ਪੇਨਸ ਆਉਣ ਤੇ ਤੁਹਾਡਾ ਉਹ ਪੁਰਾਣੇ ਸਕਾਰ ਜਿਹੜੇ ਹੈਗੇ ਆ ਉਹ ਖੁੱਲ ਜਾਣ, ਟਾਂਕੇ ਖੁੱਲ ਜਾਣ ਔਰ ਬੇਬੀ ਨੂੰ ਔਰ ਮਦਰ ਨੂੰ ਇੱਕਦਮ ਖਤਰਾ ਹੋ ਸਕਦਾ ਹੈ। ਤੁਸੀਂ ਜ਼ਰੂਰ ਨਾਰਮਲ ਲਈ ਟਰਾਈ ਕਰੋ, ਬਟ ਕੰਸੀਡਰਿੰਗ ਕਿ ਉਸ ਪ੍ਰੈਗਨੈਂਸੀ ਵਿੱਚ ਤੁਹਾਡੀ ਸਾਰੀ ਚੀਜ਼ਾਂ ਫੇਵਰੇਬਲ ਹੈਗੀਆਂ ਨਾਰਮਲ ਡਿਲੀਵਰੀ ਲਈ ਔਰ ਪ੍ਰੋਪਰ ਸੈਂਟਰ ਤੇ ਜਿੱਥੇ ਸਾਰਾ ਸਿਸਟਮ ਹੋਏ ਬੱਚੇ ਨੂੰ ਡੀਲ ਕਰਨ ਵਾਸਤੇ ਔਰ ਮਦਰ ਨੂੰ ਡੀਲ ਕਰਨ ਵਾਸਤੇ। ਅੱਛਾ ਡਾਕਟਰ ਸਾਹਿਬ, ਕਿਹਨਾਂ ਖਾਸ ਗੱਲਾਂ ਦਾ ਧਿਆਨ ਕੁੜੀਆਂ ਨੂੰ ਰੱਖਣਾ ਚਾਹੀਦਾ ਔਰ ਪ੍ਰੈਗਨੈਂਟ ਲੇਡੀਜ਼ ਨੂੰ ਆਪਣੀ ਬਾਡੀ ਲਈ ਰੱਖਣਾ ਚਾਹੀਦਾ? ਕੁੜੀਆਂ ਨੂੰ ਸਭ ਤੋਂ ਇੰਪੋਰਟੈਂਟ ਹੈਗਾ ਆਪਣੀ ਡਾਈਟ ਦਾ, ਨਿਊਟ੍ਰੀਸ਼ਨ ਦਾ ਧਿਆਨ ਰੱਖਣਾ ਚਾਹੀਦਾ ਹੈ। ਫਿਰ ਸੈਕਿੰਡ ਹੈਗਾ ਕਿ ਆਪਣੇ ਮੈਂਸਸ ਦਾ ਪ੍ਰੋਪਰ ਰਿਕਾਰਡ ਰੱਖਣਾ ਚਾਹੀਦਾ ਹੈ ਕਿ ਤੁਹਾਨੂੰ ਮੈਂਸਸ ਠੀਕ ਆ ਰਿਹਾ ਹੈ, ਜ਼ਿਆਦਾ ਤਾਂ ਨਹੀਂ ਆ ਰਹੇ। ਜੇ ਇਹ ਦੋਨੋਂ ਚੀਜ਼ਾਂ ਠੀਕ ਹੈ ਤਾਂ ਮੈਨੂੰ ਲੱਗਦਾ ਹੈ ਕਿ ਅੱਗੇ ਜਾ ਕੇ ਜਦੋਂ ਉਹ ਮੈਰਿਡ ਲਾਈਫ 'ਚ ਜਾਂਦੇ ਹੈ ਤੇ ਉਹਨਾਂ ਨੂੰ ਜ਼ਿਆਦਾਤਰ ਪ੍ਰੈਗਨੈਂਸੀ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ। ਔਰ ਇੱਕ ਵਾਰ ਤੁਸੀਂ ਪ੍ਰੈਗਨੈਂਟ ਹੋ ਜਾਂਦੇ ਹੋ ਤਾਂ ਫਿਰ ਅੱਜ ਕੱਲ੍ਹ ਤਾਂ ਵੈਸੇ ਸਾਰੇ ਗੂਗਲ 'ਤੇ ਬਹੁਤ ਜ਼ਿਆਦਾ ਸਰਚ ਕਰਕੇ ਹੀ ਆਉਂਦੇ ਹੈਗੇ ਹੈ, ਬਟ ਸਟਿਲ ਤੁਸੀਂ ਡਾਕਟਰਸ ਨੂੰ ਇੱਕ ਵਾਰ ਜ਼ਰੂਰ ਪੁੱਛੋ ਔਰ ਜਿਹੜੀ ਚੀਜ਼ਾਂ ਸਹੀ ਹੈਗੀਆਂ ਉਹਨੂੰ ਫੋਲੋ ਕਰੋ ਔਰ ਖੁਦ ਦੇ ਡਾਕਟਰ ਮਤ ਬਣੋ। ਅੱਛਾ ਡਾਕਟਰ ਸਾਹਿਬ, ਜਾਂਦੇ ਜਾਂਦੇ ਇੱਕ ਸਵਾਲ ਹੋਰ ਪੁੱਛੂੰਗੀ। ਕਈ ਵਾਰੀ ਕੀ ਹੁੰਦਾ ਕਿ ਕਈਆਂ ਨੂੰ ਮੰਥ 'ਚ 2 ਵਾਰੀ ਪੀਰੀਅਡਸ ਆ ਜਾਂਦੇ ਨੇ ਜਾਂ ਮਤਲਬ ਕਹਿ ਲਓ ਵੀ ਕੱਲਾ ਸਪੌਟ ਲੱਗਦਾ ਜਾਂ ਜੋ ਪਾਰਟੀਕੂਲਰ 28 ਡੇਜ਼ ਦਾ ਸਰਕਲ ਹੁੰਦਾ ਉਦੋਂ ਨਹੀਂ ਆਉਂਦੇ। ਸੋ ਇਹਦੇ ਵਿੱਚ ਕੀ ਕਾਰਨ ਹੋ ਸਕਦੇ ਨੇ ਮੰਥ ਵਿੱਚ 2 ਵਾਰੀ ਪੀਰੀਅਡਸ ਆਉਣਾ ਔਰ ਕਿਸੇ ਨੈਕਸਟ ਮੰਥ ਕੱਲਾ ਸਟੇਨ ਲੱਗਣਾ? ਮੰਥ ਵਿੱਚ 2 ਵਾਰ ਪੀਰੀਅਡਸ ਆ ਰਹੇ ਇਹਦਾ ਮਤਲਬ ਕਿਤੇ ਨਾ ਕਿਤੇ ਤੁਹਾਡੇ ਹਾਰਮੋਨਸ ਡਿਸਟਰਬਡ ਹੈਗੇ ਆ। ਜੋ ਪੀਰੀਅਡਸ ਦੀ ਰੈਗੂਲੇਸ਼ਨ ਹੈ ਉਹ ਤੁਹਾਡੀ ਓਵਰੀ ਕਰਦੀ ਹੈ। ਓਵਰੀ ਡਿਸਾਈਡ ਕਰਦੀ ਹੈ ਕਿ ਹਰ ਮਹੀਨੇ ਤੁਹਾਨੂੰ ਉਸ ਟਾਈਮ ਤੇ ਪੀਰੀਅਡਸ ਆਣ। ਜੇ ਤੁਹਾਡਾ 21 ਡੇਜ਼ ਟੂ 35 ਡੇਜ਼ ਦਾ ਸਾਈਕਲ ਹਮੇਸ਼ਾ ਰਹਿ ਰਿਹਾ ਹੈ ਤੇ ਉਹ ਨਾਰਮਲ ਹੈ, ਪਰ ਜੇ ਸਡਨ ਤੁਹਾਡਾ ਚੇਂਜ ਹੋਇਆ, ਜਿੱਦਾਂ ਪਹਿਲੇ ਤੁਹਾਨੂੰ ਰੈਗੂਲਰ ਆ ਰਹੇ ਸੀ ਹੁਣ ਤੁਹਾਨੂੰ 1.5 ਮਹੀਨਾ ਪੀਰੀਅਡ ਨਹੀਂ ਆਉਂਦੇ ਔਰ ਤੁਹਾਡਾ weight gain ਹੋ ਰਿਹਾ ਹੈ, ਤੁਹਾਡੇ ਚਿਹਰੇ ਤੇ ਬਾਲ ਆ ਰਹੇ ਹੈ ਜਾਂ ਤੁਹਾਡੇ ਇਰੀਟੇਬਿਲਿਟੀ ਵੱਧ ਰਹੀ ਹੈ, ਫਿਰ ਤੁਹਾਨੂੰ PCOD ਜਿਹੜੀ ਕਿ ਪੋਲੀਸਿਸਟਿਕ ਓਵਰੀਜ਼ ਦੀ ਪ੍ਰੋਬਲਮ ਬਹੁਤ ਜ਼ਿਆਦਾ ਕਾਮਨ ਹੈ। ਤੁਹਾਨੂੰ ਉਹਦੇ ਲਈ ਇਨਵੈਸਟੀਗੇਸ਼ਨਸ ਕਰਵਾਉਣੀਆਂ ਚਾਹੀਦੀਆਂ ਔਰ ਇੱਕ ਵਾਰ ਜ਼ਰੂਰ ਕੁਝ ਜੋ ਬੇਸਿਕ ਹਾਰਮੋਨਲ ਟੈਸਟ ਔਰ ਬੇਸਿਕ ਸਕੈਨ ਕਰਵਾਉਣਾ ਚਾਹੀਦਾ ਹੈ। ਜੇ ਸਾਰਾ ਕੁਝ ਨਾਰਮਲ ਹੈ ਤਾਂ ਕਈ ਵਾਰ ਡਾਕਟਰ ਸਿਰਫ ਲਾਈਫਸਟਾਈਲ ਮੋਡੀਫਿਕੇਸ਼ਨਸ ਦੱਸਦੇ ਹੈ, ਜਿੱਦਾਂ ਕਿ ਅਸੀਂ ਸਾਰਾ ਦਿਨ ਜੇ ਵਰਕਿੰਗ ਵੂਮਨ ਹੈ, ਕਈਆਂ ਨੇ ਸਾਰਾ ਦਿਨ ਬੈਠੇ ਰਹਿਣਾ ਹੈ, ਕਈਆਂ ਨੇ ਸਾਰਾ ਦਿਨ ਆਪਣਾ ਉਸ ਹਿਸਾਬ ਨਾਲ ਕੰਮ ਕਰਨਾ ਹੈ ਤੇ ਆਪਣੀ ਜਿਹੜੀ ਪਰਸਨਲ ਫਿਟਨੈਸ ਬਾਰੇ ਅਸੀਂ ਇਗਨੋਰ ਕਰ ਦਿੰਦੇ ਹਾਂ ਤੇ ਉਹ ਚੀਜ਼ ਜੇ ਕਵਰ ਹੋ ਜਾਏਗੀ ਤਾਂ ਅੱਗੇ ਕੋਈ ਪ੍ਰੋਬਲਮ ਨਹੀਂ ਆਉਂਦੀ ਹੈ। ਬਹੁਤ ਸ਼ੁਕਰੀਆ। ਸੋ ਬਹੁਤ ਸੋਹਣੀ ਜਾਣਕਾਰੀ ਸਾਡੇ ਨਾਲ ਡਾਕਟਰ ਸ਼ਵੇਤਾ ਅਗਰਵਾਲ ਹੁਣੀ ਸਾਂਝੀ ਕੀਤੀ ਔਰ ਵਾਕਈ ਮੈਨੂੰ ਲੱਗਦਾ ਕਿ ਕੁੜੀਆਂ ਨੂੰ ਬਹੁਤ ਗੌਰ ਕਰਨ ਦੀ ਲੋੜ ਹੈ। ਆਪਣੀ ਸਿਹਤ ਸੰਬੰਧੀ ਪ੍ਰੋਬਲਮਸ ਨੂੰ ਜਿਹੜਾ ਹੈ ਇਗਨੋਰ ਨਹੀਂ ਕਰਨਾ ਚਾਹੀਦਾ। ਸੋ ਬਹੁਤ ਬਹੁਤ ਧੰਨਵਾਦ ਇੰਨੀ ਪਿਆਰੀ ਜਾਣਕਾਰੀ ਸਾਡੇ ਨਾਲ ਸਾਂਝਾ ਕਰਨ ਲਈ। ਧੰਨਵਾਦ ਜੀ।
ਸੋ ਤੁਸੀਂ ਸੁਣਿਆ ਕਿ ਪ੍ਰੈਗਨੈਂਸੀ ਦੌਰਾਨ ਕਿਵੇਂ ਪ੍ਰੈਗਨੈਂਟ ਲੇਡੀਜ਼ ਆਪਣਾ ਧਿਆਨ ਰੱਖ ਸਕਦੀਆਂ ਨੇ ਜਾਂ ਕੁਆਰੀਆਂ ਕੁੜੀਆਂ ਨੂੰ ਕਿਹੜੀਆਂ ਦਿੱਕਤਾਂ ਆਉਂਦੀਆਂ ਨੇ ਤਾਂ ਉਹ ਕਿਉਂ ਆਉਂਦੀਆਂ ਨੇ ਔਰ ਕਿਹੜੇ ਟੈਸਟ ਜਿਹੜੇ ਨੇ ਵਾਜਿਬ ਨੇ ਜਾਂ ਘਰ ਰਹਿ ਕੇ ਉਹ ਕਿੱਦਾਂ ਆਪਣੇ ਆਪ ਨੂੰ ਸਿਹਤਮੰਦ ਰੱਖ ਸਕਦੀਆਂ ਨੇ। ਸੋ ਇਸੇ ਦੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਹੁਣ ਇਜਾਜ਼ਤ ਲੈਂਦੇ ਹਾਂ ਕੈਮਰਾਮੈਨ ਰਵਿੰਦਰ ਦੇ ਨਾਲ। ਮੈਂ ਅਮਨਦੀਪ, ਟੀਵੀ ਪੰਜਾਬ।